ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨੇ ਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਈ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਵੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਗੁਰ ਆਦਿ ਮਨਾਏ ਅਰੂੜੇ ਪਾਲਕੀ। ਜਿਨ ਕੀ ਕਿਰਪਾ ਸੁਦ੍ਰਿਸ਼ਟ ਪੀਰਨਹ ਕਾਲ ਕੀ। ਸਭ ਗੁਰ ਆਦਿ ਮਨਾਏ ਅਰੂੜੇ ਪਾਲਕੀ। ਜਿਨ ਕੀ ਕਿਰਪਾ ਸੁਦ੍ਰਿਸ਼ਟ
ਪੀਰਨਹ ਕਾਲ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਵਾਜ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ, ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ, ਨੇਚਲ ਚੌਰ ਛਤਰ ਤਖਤ ਦੇ ਮਾਲਕ, ਦਇਆ ਮਿਹਰਾਮਤਾਂ ਦਾ ਸਾਗਰ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਦਰਸ਼ਨ ਦੇਖ ਜੀਵਾਂ ਪ੍ਰਭ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਮਹਾਨ ਅਪਾਰ ਕਿਰਪਾ ਦੇ ਸਦਕਾ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਸਾਧ ਸੰਗਤ ਦੀਆਂ ਪਵਿੱਤਰ ਘੜੀਆਂ ਦਾ ਆਨੰਦ ਨਿਤਾ ਦੀ ਤਰ੍ਹਾਂ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕਲੀ ਕਰਮ ਕ੍ਰਿਤਵਾ ਕਲ ਕੇਵਲ ਨਾਮ ਆਧਾਰ, ਅਬ ਕਲੂ ਆਯੋ ਰੇਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਪਰਮ ਭੂਲਹ ਭੂਲਹ। ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਨਾਮ ਦਾ ਇਹ ਸੁਭਾਗਾ ਸਮਾਂ ਹੈ, ਨਾਮ ਦੀ ਰੁੱਤ ਹੈ। ਨਾਮ ਦਾ ਬੀਜ ਬੀਜਣ ਦੀ ਇਹ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਘੜੀ ਅਵਸਰ ਬਖਸ਼ਿਸ਼ ਕੀਤਾ ਹੈ। ਮਨੁੱਖਾ ਦੇਹੀ ਪ੍ਰਾਪਤ ਹੋਈ, ਸਤਿਗੁਰਾਂ ਨੇ ਬੇਅੰਤ ਪਰਉਪਕਾਰ ਕੀਤੇ। ਪਸ਼ੂ ਤੇ ਵਿਦ ਨਰ ਕੀਏ, ਬਿਸਰੇ ਸੀਂਗ ਅਰ ਪੂਛ, ਤੁਲਸੀ ਰਘੁਬਰ ਨਾਮ ਬਿਨ ਤ੍ਰਿਗ ਦਾੜੀ ਅਰ ਮੂਛ। ਸਤਿਗੁਰਾਂ ਨੇ ਦਇਆ ਕੀਤੀ, ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਪਸ਼ੂ ਅਤੇ ਬਿਦ ਨਰ ਕੀਏ, ਪਸ਼ੂ ਜੂਨੀ ਪਲਟ ਕੇ ਮਹਾਰਾਜ ਜੀਆਂ ਮਨੁੱਖਾ ਸਾਨੂੰ ਜਾਮਾ ਬਖਸ਼ਿਸ਼ ਕੀਤਾ, ਤਾਂ ਕਿ ਇਹ ਜੀਵ ਮਨੁੱਖਾ ਸਰੀਰ ਧਾਰ ਕੇ ਉਸ ਖਾਟ ਭਗਾ ਸੰਪੰਨ ਪ੍ਰਭੂ ਪਰਮੇਸ਼ਰ ਦਾ ਨਾਮ ਜਪਦਾ ਹੋਇਆ ਇਸ 84 ਦੇ ਜਿਹੜਾ ਨਿਸ਼ਠਰ ਦੁਸ਼ਟਰ ਗੇੜ ਤੋਂ ਮੁਕਤੀ ਪ੍ਰਾਪਤ ਕਰ ਸਕੇ, ਜਿਹਦੇ ਫਲ ਸਰੂਪ ਇਸ ਦੇਹੀ ਕਉ ਸਿਮਰਹਿ ਦੇਵ। ਮਨੁੱਖਾ ਜਾਮੇ ਨੂੰ ਦੇਵੀ ਦੇਵਤੇ ਸਿਮਰਦੇ ਹਨ, ਯਾਦ ਕਰਦੇ ਹੈ, ਤਾਂ ਕਿ ਸਾਨੂੰ ਵੀ ਪਰਮੇਸ਼ਰ ਦੇ ਗੁਣ ਗਾਉਣ ਦਾ ਸੁਭਾਗ, ਸਾਧ ਸੰਗਤ ਦੀਆਂ ਘੜੀਆਂ ਦਾ ਸੁਭਾਗ ਪ੍ਰਾਪਤ ਹੋਵੇ। ਆਪਾਂ ਖਾਲਸਾ ਦੀ ਵਡਭਾਗੇ ਹਾਂ, ਜਿਨ੍ਹਾਂ ਨੂੰ ਰੋਜ਼ ਮਹਾਰਾਜ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਠੰਡ ਪੈਂਦੀ, ਕੰਨਾਂ ਨੂੰ ਸਤਿਗੁਰਾਂ ਦੀ ਸਿਫਤ ਸਲਾਘਾ ਸੁਣਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਗੁਰੂ ਦਰਬਾਰਾਂ ਅੰਦਰ ਬੜੇ ਸਮੇਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਬੜੀ ਮਿਹਰਾਮਤ ਦਇਆ ਸਦਕਾ ਲੜੀਵਾਰ ਰੂਪ ਅੰਦਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਚੱਲ ਰਹੀ ਹੈ। ਬੜੀ ਦਇਆ ਸਦਕਾ ਮਹਾਰਾਜ ਜੀ ਇਹ ਪਾਵਨ ਪਵਿੱਤਰ ਸੁਭਾਗ ਬਖਸ਼ਦੇ ਹੈ। ਸੁਣਨ ਸੁਣਾਉਣ ਦਾ, ਮਹਾਰਾਜ ਦੀ ਸੋਭਾ ਕਰਨ ਕਰਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ, ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਬੇਅੰਤ ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੁੰਦੀਆਂ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਿਹੜਾ ਹੈ ਉਹ ਮੁਕਤੀ ਜੁਗਤੀ ਭੁਗਤੀ ਦਾ ਜੱਗ ਲੱਗਿਆ ਹੋਇਆ। ਕਿਸੇ ਸਿੱਖ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ, ਗਾਂ ਜਿਵੇਂ ਪ੍ਰਿਥੀ ਚੰਦ ਤੁਆ ਦਾ ਕੱਚੀ ਬਾਣੀ ਉਚਾਰ ਰਹੇ ਹੈ,
ਤੇ ਸਮਾਂ ਆਵੇਗਾ ਮਹਾਰਾਜ ਸਾਰੀ ਬਾਣੀ ਰਲ ਮਿਲ ਜਾਵੇਗੀ। ਕਿਵੇਂ ਪਤਾ ਲੱਗਿਆ ਕਰੇਗਾ ਵੀ ਕਿਹੜੀ ਬਾਣੀ ਪੜ੍ਹਨੀ ਹੈ ਕਿਹੜੀ ਨਹੀਂ। ਸਤਿਗੁਰਾਂ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਾਡੇ ਸਾਰਿਆਂ ਸਿੱਖਾਂ ਦੀ ਕਲਿਆਣ ਵਾਸਤੇ ਵਿਚਾਰ ਕੀਤੀ ਵੀ ਫਿਰ ਸਾਰੀ ਬਾਣੀ ਇਕੱਤਰ ਕਰਕੇ ਕਿਉਂ ਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਹ ਸ਼ਬਦ ਬੇੜਾ ਬੰਨਿਆ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੀਵ ਪਾਵਨ ਬਾਣੀ ਪੜ੍ਹ ਸੁਣ ਕਰਕੇ ਆਪਣਾ ਮਨੁੱਖਾ ਜਾਮਾ ਸਫਲਾ ਕਰਨ। ਇਹ ਵਿਚਾਰ ਕਰਦਿਆਂ ਹੋਇਆਂ ਮਹਾਰਾਜ ਜੀਆਂ ਆਖਿਆ ਕਿ ਪੋਥੀਆਂ ਦੀ ਬਹੁਤਾਤ ਜਿਹੜੀ ਜਾਂ ਬਾਣੀ ਬਹੁਤੀ ਜਿਹੜੀ ਆ ਨਾ, ਪੋਥੀਆਂ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਬਾਬਾ ਮੋਹਨ ਜੀ ਦੇ ਪਾਸ ਪਈ ਹੈ। ਅਤੇ ਜੇ ਉਹ ਸਾਨੂੰ ਪ੍ਰਾਪਤ ਹੋ ਜਾਵੇ ਤੇ ਮਹਾਨ ਗ੍ਰੰਥ ਰਚਿਆ ਜਾ ਸਕਦਾ। ਸਾਰੀ ਬਾਣੀ ਇਕੱਤਰ ਕੀਤੀ ਜਾਣੀ ਚਾਹੀਦੀ ਹੈ। ਭਾਈ ਗੁਰਦਾਸ ਜੀਆਂ ਨੇ ਆਪਦੇ ਆਪ ਨੂੰ ਇਸ ਕਰਮ ਦੇ ਯੋਗ ਜਾਣਿਆ, ਭਾਵੇਂ ਮਹਾਰਾਜ ਨੇ ਨਾਮ ਨਹੀਂ ਲਿਆ ਸੀ ਅਜੇ ਵੀ, ਕੌਣ ਜਾਵੇਗਾ। ਆਪ ਹੀ ਜਿਹੜਾ ਆਪਦੇ ਆਪ ਨੂੰ ਇਸ ਕਰਮ ਦੇ ਯੋਗ ਜਾਣ ਕੇ ਵੀ ਇਹ ਕੰਮ ਮੈਂ ਕਰ ਸਕਦਾ, ਕਿਉਂਕਿ ਸਾਰਿਆਂ ਤੋਂ ਸ਼੍ਰੋਮਣੀ ਸਿੱਖ ਹਾਂ। ਤੇ ਛਾਤੀ ਤੇ ਹੱਥ ਮਾਰ ਕੇ ਸਭਾ ਵਿੱਚ ਆਖਿਆ ਸੀ, ਮਹਾਰਾਜੇ ਭਾਈ ਗੁਰਦਾਸ ਜੇ ਜਾਵੇ ਤੇ ਸਮਝੋ ਕੰਮ ਹੋ ਗਿਆ। ਮਹਾਰਾਜ ਹੱਸ ਕੇ ਕਹਿੰਦੇ, ਜਾਣਾ ਚਾਹੀਦਾ ਭਾਈ ਗੁਰਦਾਸ ਜੀ, ਤੁਹਾਡੇ ਕਰਨਯੋਗ ਕੰਮ ਹੈ। ਭਾਈ ਗੁਰਦਾਸ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਪਹੁੰਚੇ, ਇਸ਼ਨਾਨ ਪਾਣ ਕੀਤਾ ਬੌਲੀ ਸਾਹਿਬ ਦੇ ਪਵਿੱਤਰ ਜਲ ਵਿੱਚ। ਫਿਰ ਬਾਬਾ ਮੋਹਨ ਜੀ ਬਾਬਤ ਪਤਾ ਕੀਤਾ, ਲੱਗਿਆ ਪਤਾ ਵੀ ਉਹ ਚੁਬਾਰਾ ਸਾਹਿਬ ਵਿੱਚ ਰਹਿੰਦੇ ਹੈ। ਜਾ ਕੇ ਵੇਖਿਆ ਦਰਵਾਜ਼ੇ ਬੰਦ ਸਨ, ਖੜਕਾਉਣੇ ਸ਼ੁਰੂ ਕੀਤੇ ਜਾਂ ਆਵਾਜ਼ਾਂ ਦਿੱਤੀਆਂ ਕਿ ਇਹ ਵੱਡੇ ਭਰਾਤਾ ਮਹਾਂਪੁਰਖ ਬਾਬਾ ਮੋਹਨ ਜੀ, ਮੈਂ ਤੁਹਾਡਾ ਭਰਾਤਾ ਭਾਈ ਗੁਰਦਾਸ ਆਇਆ ਹਾਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ, ਦਰਵਾਜ਼ਾ ਖੋਲ੍ਹੋ। 2 ਵਾਰ 4 ਵਾਰ ਬੜੀ ਵਾਰ ਇਸ ਤਰ੍ਹਾਂ ਆਖਿਆ, ਨਾ ਕੋਈ ਅੰਦਰੋਂ ਜਵਾਬ ਆਇਆ। ਫਿਰ ਇਹ ਬਚਨ ਆਖੇ ਵੀ ਮੈਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਭੇਜਿਆ ਜ਼ਰੂਰੀ ਕੰਮ। ਪਰ ਉਹ ਬੇਪਰਵਾਹ ਸਾਧੂ ਬਾਬਾ ਮੋਹਨ ਜੀ ਇਹਨਾਂ ਆਵਾਜ਼ ਤੱਕ ਨਾ ਦਿੱਤੀ। ਸਾਰੀ ਰਾਤ ਭਾਈ ਗੁਰਦਾਸ ਜੀ ਆਵਾਜ਼ਾਂ ਦਿੰਦੇ ਰਹੇ, ਹੱਥ ਜੋੜ ਜੋੜ ਬੇਨਤੀਆਂ ਕਰਦੇ ਰਹੇ। ਦਿਨ ਚੜ੍ਹਦਿਆਂ ਸਾਰ ਕਿਸੇ ਦੱਸਿਆ ਵੀ ਇਹਨਾਂ ਦਰਵਾਜ਼ਾ ਨਹੀਂ ਜੇ ਖੋਲ੍ਹਣਾ, ਜਿੰਨੀਆਂ ਮਰਜ਼ੀ ਅਰਦਾਸਾਂ ਬੇਨਤੀਆਂ ਇੱਥੇ ਖੜ੍ਹ ਕੇ ਕਰੋ। ਮੌਲੇ ਮਸਤ ਸੁਭਾਅ ਦੇ ਹਨ, ਕਈ ਮਹੀਨੇ ਦਰਵਾਜ਼ਾ ਲੱਗਾ ਰਹਿੰਦਾ ਅਤੇ ਇਹਨਾਂ ਤੁਹਾਡੀ ਗੱਲ ਦਾ ਕੋਈ ਜਵਾਬ ਨਹੀਂ ਜੇ ਦੇਣਾ, ਸਮਾਂ ਨਾ ਆਪਦਾ ਖਰਾਬ ਕਰੋ। ਭਾਈ ਗੁਰਦਾਸ ਜੀ ਖਾਲੀ ਹੱਥ ਮੁੜੇ, ਪੋਥੀਆਂ ਨਾ ਮਿਲੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਆਏ। ਮਹਾਰਾਜ ਹੱਸ ਕੇ ਪੁੱਛਦੇ, ਭਾਈ ਗੁਰਦਾਸ ਜੀ ਪੋਥੀਆਂ ਲੈ ਆਏ? ਆਖਿਆ, ਮਹਾਰਾਜ ਪੋਥੀਆਂ ਤਾਂ ਦੂਰ ਦੀ ਗੱਲ, ਬਾਬਾ ਮੋਹਨ ਜੀਆਂ ਤਾਂ ਮੈਨੂੰ ਵੇਖ ਕੇ ਦਰਵਾਜ਼ਾ ਤੱਕ ਨਾ ਖੋਲ੍ਹਿਆ, ਆਵਾਜ਼ ਨਾ ਦਿੱਤੀ। ਸਾਰੀ ਰਾਤ ਮੈਂ ਹਾਕਾਂ ਮਾਰੀਆਂ। ਫਿਰ ਬਾਬਾ ਬੁੱਢਾ ਸਾਹਿਬ ਜੀ ਖੜ੍ਹੇ ਹੋ ਕੇ ਕਹਿੰਦੇ, ਮਹਾਰਾਜ ਹੁਣ ਹੋਰ ਕੌਣ ਜਾਵੇਗਾ? ਜਾਂ ਤਾਂ ਆਪ ਜੀ ਜਾਓ ਅਤੇ ਜਾਂ ਫਿਰ ਮੈਂ ਜਾਵਾਂਗਾ। ਮਹਾਰਾਜ ਹੱਸ ਪਏ, ਕਹਿੰਦੇ ਕੋਈ ਨਾ ਬਾਬਾ ਜੀ, ਹੁਣ ਤੁਹਾਨੂੰ ਵੀ ਜਾਣਾ ਚਾਹੀਦਾ, ਚਲੇ ਜਾਓ। ਕਿਉਂਕਿ ਗਰੀਬ ਨਵਾਜ ਤਾਂ ਜਾਣੀ ਜਾਣ ਸੀਗੇ ਕਿ ਇਹ ਪੋਥੀਆਂ ਬਾਬਾ ਮੋਹਨ ਜੀ ਨੇ ਕਿਸੇ ਨੂੰ ਵੀ ਨਹੀਂ ਦੇਣੀਆਂ, ਸਾਨੂੰ ਮਿਲ ਜਾਣ ਤੇ ਬੜੀ ਵੱਡੀ ਗੱਲ ਹੈ। ਉਹਨਾਂ ਦਾ ਸੁਭਾਅ ਐਸਾ। ਇੱਥੋਂ ਭਾਈ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ। ਦਰਵਾਜ਼ਾ ਖੜ੍ਹ ਕੇ ਚੁਬਾਰਾ ਸਾਹਿਬ ਦੇ ਸਥਾਨ 'ਤੇ ਹਾਕਾਂ ਮਾਰੀਆਂ, ਦੱਸਿਆ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਸਮੇਂ ਦੀ ਸਿੱਖੀ ਧਾਰਨ ਵਾਲਾ ਬਾਬਾ ਬੁੱਢਾ ਤੁਹਾਡੇ ਪਾਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਭੇਜਿਆ ਪੋਥੀਆਂ ਲੈਣ ਵਾਸਤੇ ਆਇਆ ਹਾਂ। ਉਹਨਾਂ ਕੋਈ ਆਵਾਜ਼ ਨਾ ਦਿੱਤੀ, ਜਿਨ੍ਹਾਂ ਦੀ ਸਮਾਧੀ ਲੱਗੀ ਹੋਈ ਹੈ। ਕੁਝ ਸਮਾਂ ਵੇਖਿਆ ਅਤੇ ਬਾਬਾ ਬੁੱਢਾ ਸਾਹਿਬ ਦੀਆਂ ਚੁਬਾਰਾ ਸਾਹਿਬ ਦਾ ਦਰਵਾਜ਼ਾ ਭੰਨ ਸੁੱਟਿਆ, ਤੋੜ ਕੇ ਦਰਵਾਜ਼ਾ ਅਤੇ ਅੰਦਰ ਵੜ ਗਏ ਅਤੇ ਬਾਬਾ ਮੋਹਨ ਜੀ ਨੂੰ ਫੜ ਕੇ ਬਾਹਾਂ ਹੱਥਾਂ ਤੋਂ ਅਤੇ ਖਿੱਚ ਕੇ ਉਠਾਉਣ ਲੱਗੇ ਵੀ ਇਹਨਾਂ ਦੀ ਸਮਾਧੀ ਖੋਲ੍ਹੀਏ। ਰੌਲਾ ਪਾਉਂਦੇ ਨਾਲੇ ਆਵਾਜ਼ਾਂ ਮਾਰਦੇ। ਕਿਸੇ ਸਿੱਖ ਨੇ ਵੇਖਿਆ ਵੀ
ਬਾਬਾ ਮੋਹਨ ਜੀ ਦੇ ਕਮਰੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਜਾ ਵੜੇ, ਦਰਵਾਜ਼ਾ ਭੰਨ ਕੇ। ਉਹਨਾਂ ਜਾ ਕੇ ਬਾਬਾ ਮੋਹਰੀ ਜੀ ਨੂੰ ਦੱਸਿਆ, ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਹਨ। ਉਹ ਬੜੇ ਦੌੜੇ ਆਏ ਤੇ ਆ ਕੇ ਸਮਝਾਇਆ ਵੀ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਸਿਆਣੇ ਹੋ, ਕਿਉਂ ਤੰਗ ਕਰਦੇ ਹੋ ਇਹਨਾਂ ਨੂੰ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਅਸੀਂ ਇਹਨਾਂ ਦੀ ਸਮਾਧੀ ਖੋਲ ਕੇ ਪੁੱਛਾਂਗੇ ਪੋਥੀਆਂ ਕਿੱਥੇ, ਅਸੀਂ ਪੋਥੀਆਂ ਲੈਣ ਆਏ ਹਾਂ। ਬਾਬਾ ਮੋਹਰੀ ਜੀ ਕਹਿੰਦੇ, ਇਹਨਾਂ ਨੂੰ ਨਾਮ ਬੁਲਾਓ ਤੇ ਚੰਗਾ ਹੈ। ਠੀਕ ਹੈ, ਤੁਸੀਂ ਉਮਰ ਵਿੱਚ ਵੱਡੇ ਹੋ, ਪੁਰਾਣੇ ਸਿੱਖ ਗੁਰੂ ਨਾਨਕ ਮਹਾਰਾਜ ਦੇ, ਪਰ ਜੇ ਇਸ ਤਰ੍ਹਾਂ ਤੰਗ ਕਰਦੇ ਰਹੇ ਤੇ ਜੇ ਇਹਨਾਂ ਨੇ ਅੱਖਾਂ ਪੱਟ ਵੀ ਲਈਆਂ ਤੇ ਇਸ ਗੱਲ ਦੀ ਕੋਈ ਜ਼ਮਾਨਤ ਨਹੀਂ ਵੀ ਤੁਹਾਨੂੰ ਕਿੱਥੋਂ ਬੋਲਣੇ। ਫੇਰ ਨਾ ਆਖਣਾ ਵੀ ਸਾਡਾ ਲਿਹਾਜ਼ ਨਹੀਂ ਰੱਖਿਆ ਅੰਮ੍ਰਿਤਸਰ ਸਾਹਿਬ ਤੋਂ ਆਇਆਂ ਦਾ। ਇਹਨਾਂ ਨੇ ਕੋਈ ਤਕਾਜ਼ਾ ਨਹੀਂ ਉਮਰ ਦਾ ਵੇਖਣਾ ਜਦੋਂ ਬੋਲੇ, ਕਿਉਂਕਿ ਇਹਨਾਂ ਦਾ ਸੁਭਾਅ ਆ ਵੀ ਇਹ ਇਕੱਲੇ ਰਹਿਣਾ ਪਸੰਦ ਕਰਦੇ ਆ, ਨਾ ਕਿਸੇ ਦੇ ਮੱਥੇ ਲੱਗਦੇ ਆ, ਨਾ ਕਿਸੇ ਨੂੰ ਬੁਲਾਉਣ ਤੇ ਨਾ ਕਿਸੇ ਦੇ ਬੁਲਾਇਆਂ ਬੋਲਦੇ ਆ, ਆਪਦੇ ਆਨੰਦ ਵਿੱਚ ਰਹਿਣਾ ਚਾਹੁੰਦੇ ਆ। ਤੇ ਕਈ ਮਹੀਨੇ ਤਾਂ ਸਾਡੇ ਨਾਲ ਬੋਲਿਆਂ ਲੰਘ ਜਾਂਦੇ, ਜਿਹੜੇ ਇੱਕੋ ਘਰ ਵਿੱਚ ਰਹਿੰਦੇ ਆ, ਤੇ ਤੁਸੀਂ ਅੱਜੇ ਹੀ ਬੁਲਾ ਆ ਕੇ ਕਿਵੇਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਜੇ। ਬਾਬਾ ਬੁੱਢਾ ਸਾਹਿਬ ਜੀ ਜਾਣ ਗਏ, ਬਾਬਾ ਮੋਹਨ ਜੀ ਬਾਬਾ ਮੋਹਰੀ ਜੀਆਂ ਨੂੰ ਮੱਥਾ ਟੇਕਿਆ ਤੇ ਵਾਪਸ ਮੁੜੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਚਰਨੀ ਮੱਥਾ ਟੇਕਿਆ ਤੇ ਮਹਾਰਾਜ ਜੀ ਜਾਣਦੇ ਪਏ ਆ ਵੀ ਇਹਨਾਂ ਨੂੰ ਵੀ ਪੋਥੀਆਂ ਨਾ ਮਿਲੀਆਂ। ਬਾਬਾ ਜੀ ਵੀ ਹੱਥ ਵਿਹਲੇ ਲਮਕਾਉਂਦੇ ਆਏ, ਵੇਖ ਕੇ ਹੱਸੇ ਤੇ ਵਿਚਾਰਿਆ ਮਨ ਵਿੱਚ ਵੀ ਹੁਣ ਸਾਨੂੰ ਜਾਣਾ ਚਾਹੀਦਾ ਆਪ, ਤੇ ਆ ਕੇ ਪੋਥੀਆਂ ਲਿਆ ਕਰਕੇ ਗੁਰਬਾਣੀ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਲਿਖਿਆ ਜਾਵੇ। ਵਿਚਾਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਜਿਵੇਂ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਉੱਥੇ ਗੋਇੰਦਵਾਲ ਸਾਹਿਬ ਪਹੁੰਚੇ, ਗੁਰੂ ਅਮਰਦਾਸ ਮਹਾਰਾਜ ਨੇ ਦਰਸ਼ਨ ਦੇਣੇ ਇਹਨਾਂ ਨੂੰ, ਤੇ ਬਾਬਾ ਮੋਹਨ ਜੀਆਂ ਦੇ ਪਾਸ ਜਾ ਕੇ ਫਿਰ ਉਹ ਜਿਵੇਂ ਵਾਰਤਾਲਾਪ ਹੋਈ। ਬਾਬਾ ਮੋਹਨ ਜੀ ਨੇ ਇਹਨਾਂ ਨੂੰ ਜਾ ਕੇ ਜਿਵੇਂ ਬੋਲੇ ਉਹ, ਤੇ ਇਹਨਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਆਪਣੀ ਨਿਮਰਤਾ ਵਿਖਾ ਕਰਕੇ ਬਾਬਾ ਮੋਹਨ ਜੀ ਨੂੰ ਵੀ ਪੰਘਲਾ ਲਿਆ ਸੀ। ਉਹ ਸਾਰੀ ਵਾਰਤਾਲਾਪ ਮਹਾਰਾਜ ਦਾ ਮਿਲਾਪ ਬਾਬਾ ਮੋਹਨ ਜੀ ਦੇ ਨਾਲ ਇਹ ਪ੍ਰਸੰਗ ਆਵੇਗਾ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ ਜੀ। ਸਭ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ ਸਭ ਗੁਰ ਆਦ ਮਨਾਏ। ਤੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੀਆਂ ਜਾਣ ਦਾ ਤਿਆਰਾ ਕੀਤਾ ਗੋਇੰਦਵਾਲ ਸਾਹਿਬ ਨੂੰ। ਪਹਿਲਾਂ 4 ਪਾਤਸ਼ਾਹੀਆਂ ਦਾ ਧਿਆਨ ਧਾਰ ਕੇ ਉਹਨਾਂ ਨੂੰ ਪੂਜ ਕੇ ਅਰਦਾਸ ਕੀਤੀ ਹੈ। ਅਰੂੜੇ ਪਾਲਕੀ ਤੇ ਫਿਰ ਪਾਲਕੀ ਵਿੱਚ ਸਵਾਰ ਹੋ ਬੈਠੇ ਹਨ ਜਿਨ ਕੀ ਕਿਰਪਾ ਸੋ ਦ੍ਰਿਸ਼ਟ। ਜਿਨ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਦੇ ਦਰਸ਼ਨ ਕਰਨ ਦੇ ਨਾਲ ਜਾਂ ਮਿਹਰ ਭਰੀ ਦ੍ਰਿਸ਼ਟੀ ਪੈਣ ਦੇ ਨਾਲ ਪੀਰ ਨਹਿ ਕਾਲ ਕੀ ਜੀਵਾਂ ਨੂੰ ਕਾਲ ਦੀ ਪੀੜਾ ਨਹੀਂ ਸਤਾਉਂਦੀ। ਕਲਯੁਗ ਦੇ ਰੋਗਾਂ ਤੋਂ ਰਹਿਤ ਹੋ ਜਾਂਦੇ ਜੀਵ। ਸਿੱਖ ਸੰਗ ਸਮੁਦਾਏ ਤੇ ਮਹਾਰਾਜ ਦੇ ਨਾਲ ਜਦੋਂ ਗੋਇੰਦਵਾਲ ਚੱਲੇ ਹਜ਼ੂਰ, ਬੜੀਆਂ ਸਿੱਖ ਸੰਗਤਾਂ ਵੀ ਨਾਲ ਚੱਲੀਆਂ ਹਨ। ਦਾਸ ਸ਼ੋਭਿਤ ਚੱਲੇ ਸ਼ੋਭਾ ਪਾਉਂਦੇ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ। ਬੇਅੰਤ ਸੰਗਤਾਂ ਦਾ ਹੜ ਇਕੱਠ ਨਾਲ ਹੈ, ਸਿੱਖ ਨਾਲ ਤੁਰਦੇ ਮਹਾਰਾਜ ਸੁਭਾਏਮਾਨ ਹੋ ਰਹੇ, ਸ਼ੋਭਾ ਪਾਉਂਦੇ ਆ। ਹੋ ਮਨ ਹੋ ਚੰਦਰਮਾ ਸਾਥ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਚੰਦਰਮਾ ਦੇ ਨਾਲ ਤਾਰਕਾ ਗਨ ਭਲੇ ਤਾਰਿਆਂ ਦਾ ਮੰਡਲ ਜਾਂਦਾ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਲੱਗਦੇ ਜਿਵੇਂ ਚੰਦਰਮਾ ਹੋਣ, ਤੇ ਨਾਲ ਤੁਰਦੇ ਹੋਏ ਸਿੱਖ ਇਸ ਤਰ੍ਹਾਂ ਲੱਗਦਾ ਜਿਵੇਂ ਚੰਦਰਮਾ ਦੇ ਨਾਲ ਬੜੇ ਤਾਰੇ ਤੁਰੇ ਜਾਂਦੇ ਆ। ਸਨੇ ਸਨੇ ਚਲ ਆਏ ਧੀਰੇ ਧੀਰੇ ਤੁਰਦੇ ਤੁਰਦੇ
ਮਹਾਰਾਜ ਜੀ ਗੋਇੰਦਵਾਲ ਸਾਹਿਬ ਪਹੁੰਚੇ ਸੋ ਹੈ। ਗੋਇੰਦਵਾਲ ਕੋ ਜਿਹੜਾ ਪਵਿੱਤਰ ਨਗਰ ਹੈ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਸਾਇਆ ਗੋਇੰਦਵਾਲ, ਬਿਆਸਾ ਨਦੀ ਦੇ ਕੰਢੇ ਤੇ। ਜਹਾਂ ਬੇਪਾਸਾ ਨਦੀ ਇੱਕ ਪਾਸੇ ਉਸ ਪਾਵਨ ਪਵਿੱਤਰ ਨਗਰ ਗੋਇੰਦਵਾਲ ਦੇ ਬਿਆਸਾ ਨਦੀ ਵਗਦੀ ਦਰਿਆ ਵਗਦਾ ਹੈ। ਪ੍ਰਵਾਹ ਵਿਸਾਲ ਕੋ ਜਿਸ ਦਰਿਆ ਦਾ ਪ੍ਰਵਾਹ ਜਿਹੜਾ ਹੈ, ਵਹਿਣ ਬੜਾ ਵਿਸਾਲ ਹੈ, ਤੇਜ ਵਹਿੰਦਾ ਹੈ। ਬਾਪੀ ਮੱਜਨ ਕੀਨ ਤੇ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦੀਆਂ ਸੰਗਤਾਂ ਸਮੇਤ ਆਉਂਦਿਆਂ ਸਾਰ ਪਹਿਲਾਂ ਬੌਲੀ ਸਾਹਿਬ ਦੇ ਪਵਿੱਤਰ ਅਸਥਾਨ ਤੇ ਇਸ਼ਨਾਨ ਕੀਤਾ ਹੈ। ਧਿਆਨ ਸਤਿਗੁਰ ਧਰੇ ਤੇ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਧਿਆਨ ਧਰਿਆ ਇਸ਼ਨਾਨ ਕਰਦਿਆਂ। ਹੋ ਤਿਸ ਛਿਨ ਸ੍ਰੀ ਗੁਰ ਅਮਰ ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਰਿਆ ਪਾਤਸ਼ਾਹ ਜੀ ਨੇ, ਉਸ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਨ ਆਗਿਆ ਖਰੇ ਬੌੜੀ ਸਾਹਿਬ ਵਿੱਚ ਇਸ਼ਨਾਨ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਆਣ ਖੜੇ ਹੋਏ ਐ। ਸ੍ਰੀ ਅਰਜਨ ਅਵਲੋਕ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਕੀਤੇ ਜਦੇ, ਚਰਨ ਅਰਬਿੰਦ ਕੋ ਤੇ ਚਰਨਾਂ ਕਮਲਾਂ ਦੇ ਉੱਪਰ ਮੱਥਾ ਟੇਕਿਆ ਹੈ। ਬੰਦਨ ਠਾਨ ਸਪ੍ਰੇਮ ਸਹਿਤ ਪ੍ਰੇਮ ਦੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਸਹਿਤ ਪ੍ਰੇਮ ਦੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਵੇਖਦਿਆਂ ਹੀ ਆਨੰਦ ਬਿਲੰਦ ਕੋ ਤੇ ਬੜਾ ਭਾਰੀ ਆਨੰਦ ਆ ਰਿਹਾ ਹੈ। ਹਿਰਦੇ ਵਿੱਚ ਹਜ਼ੂਰ ਦੇ ਦਰਸ਼ਨ ਕਰਕੇ ਹਿਰਦਾ ਗਦਗਦ ਹੋ ਗਿਆ, ਆਨੰਦ ਸਹਿਤ ਹੋ ਗਿਆ ਹੈ। ਗਦ ਗਦ ਗਿਰਾ ਮੰਚ ਤੇ ਜਿਹੜੀ ਗਿਰਾ ਬਾਣੀ ਹੈ ਉਹ ਗਦਗਦ ਹੋ ਗਈ, ਭਾਵ ਗਲਾ ਰੁਕ ਗਿਆ, ਤੇ ਲੂ ਕੰਡੇ ਜਿਹੜੇ ਆ ਉਹ ਖੜੇ ਹੋ ਚੁੱਕੇ ਆ, ਲੂ ਕੰਡੇ ਖੜੇ ਹੋ ਗਏ, ਤੇ ਜਿਹੜੀ ਗਲਾ ਹੈ ਉਹ ਰੁਕ ਗਿਆ, ਭਰ ਗਿਆ ਮਹਾਰਾਜ ਦੇ ਦਰਸ਼ਨਾਂ ਦੇ ਵੈਰਾਗ ਨਾਲ, ਬੋਲਿਆ ਕੁਝ ਨਹੀਂ ਜਾਂਦਾ। ਬਿਲੋਚਨ ਬਿਲੋਚਨ ਜਲ ਭਰੇ ਤੇ ਮਹਾਰਾਜ ਦੇ ਨੇਤਰਾਂ ਵਿੱਚ ਜਲ ਭਰ ਆਇਆ। ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਗਲਾ ਰੁਕ ਗਿਆ, ਬੋਲਿਆ ਨਹੀਂ ਜਾਂਦਾ, ਕੁਝ ਗਲ ਵਿੱਚ ਪਾਣੀ ਭਰ ਜਾਂਦਾ ਜਿਵੇਂ, ਤੇ ਲੂ ਕੰਡੇ ਸਾਰੀ ਰੁਮਾਵਲੀ ਆ ਗਈ, ਸਰੀਰ ਤੇ ਖੜੇ ਹੋ ਗਏ, ਤੇ ਅੱਖਾਂ ਦੇ ਵਿੱਚ ਪਾਣੀ ਭਰ ਲਿਆ ਸੱਚੇ ਪਾਤਸ਼ਾਹ ਜੀਆਂ। ਹੋ ਬਿਨਤੀ ਬਹੁਰ ਬਖਾਨ ਤੇ ਫਿਰ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ। ਨੰਮਰ ਜਤ ਹੋਏ ਖਰੇ ਹਾਂ, ਨਿਮਰਤਾ ਸਹਿਤ ਗੁਰੂ ਅਰਜਨ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖੜੇ ਹੋਏ ਐ। ਸਿਰ ਪਰ ਧਰ ਕਰ ਹਾਥ ਇਧਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਹੁਣ ਦੋਤੇ ਲੱਗਦੇ ਆ ਨਾ ਗੁਰੂ ਅਮਰਦਾਸ ਦੇ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਇੱਕ ਗੁਰੂ ਹੈ ਤੇ ਨਾਲ ਦੋਤੇ ਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੇ ਸੀਸ ਤੇ ਹੱਥ ਰੱਖਿਆ ਪਾਤਸ਼ਾਹ ਮਹਾਰਾਜ ਨੇ। ਹਰਖ ਔਰ ਧਾਰ ਕੈ ਤੇ ਹਿਰਦੇ ਵਿੱਚ ਬੜੇ ਖੁਸ਼ ਹਨ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ। ਸ੍ਰੀ ਅਰਜਨ ਸੋ ਭਨਿਓ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਤੇ ਹੱਥ ਰੱਖਦਿਆਂ ਹੋਇਆਂ ਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਬੋਲੇ ਐ। ਕਾਜ ਲਿਓ ਸਾਰ ਕੈ ਮਹਾਰਾਜ ਕਹਿੰਦੇ ਹੈ ਅਰਜਨ ਦੇਵ ਪੁੱਤਰ, ਜਿਹੜੇ ਕੰਮ ਆਏ ਹੋ ਉਹ ਕੰਮ ਜਿਹੜਾ ਸਾਰ ਲਓ, ਆਪਣਾ ਪੂਰਾ ਕਰਕੇ ਜਾਣਾ ਹੈ। ਕੀਰਤ ਮੋਹਨ ਕਰਹੁ ਉਹ ਕਿਵੇਂ ਸੌਰੇਗਾ ਤੁਹਾਡਾ ਕੰਮ, ਭਾਵ ਪੋਥੀਆਂ ਕਿਵੇਂ ਮਿਲਣਗੀਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਸਾਡੇ ਪੁੱਤਰ ਮੋਹਣ ਹੈ ਨਾ, ਉਹਨਾਂ ਦੀ ਵਡਿਆਈ ਕਰਨੀ ਤੁਸਾਂ ਨੇ ਜਾ ਕਰ, ਕਿਉਂ ਤੁਹਾਡੇ ਰਿਸ਼ਤੇ ਵਿੱਚ ਮਾਮਾ ਲੱਗਦੇ ਵੱਡੇ ਹੈ, ਤੁਸੀਂ ਨਿਮਰਤਾ ਵਿਖਾਉਣੀ ਉਹਨਾਂ ਦੇ ਪਾਸ ਜਾ ਕੇ, ਬੜੀ ਕੀਰਤੀ ਕਰਨੀ ਮੋਹਨ ਜੀ ਦੀ। ਪੋਥੀਆਂ ਲੀਜੀਏ ਤੇ ਵਡਿਆਈ ਕਰਕੇ ਨਾ ਸਾਡੇ ਪੁੱਤਰ ਤੋਂ ਪੋਥੀਆਂ ਲੈ ਜਾਓ ਗੁਰਬਾਣੀ ਦੀਆਂ। ਹੋ ਸ੍ਰੇਸ਼ਟ ਉਦਮ ਹਾਂ, ਇਹ ਹੋ ਸ੍ਰੇਸ਼ਟ ਉਦਮ ਹੈ, ਸ੍ਰੇਸ਼ਟ ਉਦਮ ਇਹੀ ਹੈ ਸਾਰਿਆਂ ਤੋਂ ਕਰਨ ਯੋਗ, ਬੀੜ ਸਭ ਕੀਜੀਏ ਵੀ ਉਹ ਉਦਮ ਕਰਕੇ ਨਾ ਇੱਥੋਂ ਪੋਥੀਆਂ ਲਿਜਾ ਕੇ ਤੇ ਸਾਰੀ ਗੁਰਬਾਣੀ ਨੂੰ ਇਕੱਠਿਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖ ਦਿਓ ਤੁਸੀਂ। ਇਹ ਉਦਮ ਕਰੋ ਛੇਤੀ ਹੀ। ਰਹੋ ਨਮਰਤਾ ਸੰਗ ਤੇ ਸਾਡੇ ਸਾਹਿਬਜ਼ਾਦੇ ਮੋਹਨ ਜੀ ਦੇ ਪਾਸ ਨਿਮਰਤਾ ਸਹਿਤ ਤੁਸੀਂ ਪੇਸ਼ ਆਉਣਾ ਹੈ। ਜੇ ਮੋਹਨ ਕੁਛ ਕਹੈ ਤੇ ਜੇ
ਸਾਡੇ ਪੁੱਤਰ ਮੋਹਨ ਜੀ ਕੁਛ ਤੁਹਾਨੂੰ ਕਹਿ ਵੀ ਲੈਣ ਨਾ, ਮਾੜੇ ਬਚਨ ਜੇ ਬੋਲ ਵੀ ਪਏ ਤਾਂ ਸਹਿ ਕਰ ਬਾਕ ਕਠੋਰ। ਉਹਦੇ ਕਠੋਰ ਜਿਹੜੇ ਕਰੜੇ ਬਚਨਾਂ ਨੂੰ ਤੁਸਾਂ ਚੁੱਪ ਚਪੀਤੇ ਪੀ ਲੈਣਾ, ਚੁੱਪ ਚਪੀਤੇ ਸਹਿ ਲੈਣਾ ਹੈ। ਲੇਹੋ ਜੋ ਚਿਤ ਤੇ ਚਾਹੈ। ਜੇ ਇਸ ਤਰ੍ਹਾਂ ਕਰੋਗੇ ਨਾ, ਜੋ ਚਿੱਤ ਵਿੱਚ ਚਾਹੋਗੇ ਤੁਹਾਨੂੰ ਉਹੀ ਮਿਲ ਜਾਵੇਗਾ। ਭਾਵ ਪੋਥੀਆਂ ਮਿਲ ਜਾਣਗੀਆਂ ਤੁਹਾਨੂੰ, ਪਰ ਜੇ ਸਾਡੇ ਪੁੱਤਰ ਮੋਹਨ ਜੀ ਤੁਹਾਨੂੰ ਕੁਝ ਬੋਲਣ ਨਾ ਔਖਾ, ਮਾੜੇ ਬਚਨ ਜੇ ਬੋਲ ਵੀ ਦਿੱਤੇ, ਤੁਸਾਂ ਅੱਗੋਂ ਬੋਲਣਾ ਕੁਝ ਨਹੀਂ, ਸਗੋਂ ਉਹਨਾਂ ਦੀ ਸੋਭਾ ਗਾਉਣੀ ਹੈ। ਇਸ ਤਰ੍ਹਾਂ ਤੁਹਾਨੂੰ ਜੋ ਚਿੱਤ ਚਾਹੁੰਦਾ, ਭਾਵ ਪੋਥੀਆਂ ਲੈਣ ਆਏ ਹੋ, ਜ਼ਰੂਰ ਪੋਥੀਆਂ ਮਿਲਣਗੀਆਂ। ਕਹਿ ਨਿਸ਼ਠੁਰ ਪਛਤਾਏ। ਇਹ ਵੀ ਹੈ ਵੀ ਜਦੋਂ ਸਾਡੇ ਸਾਹਿਬਜ਼ਾਦੇ ਮੋਹਨ ਜੀ ਤੁਹਾਨੂੰ ਬਚਨ ਕਹਿਣਗੇ ਨਾ ਮਾੜੇ, ਤੇ ਤੁਸੀਂ ਚੁੱਪ ਰਿਹਾ ਜੇ, ਅੱਗੋਂ ਸਗੋਂ ਉਹਨਾਂ ਦੀ ਸੋਭਾ ਕਰਿਆ ਜੇ। ਤੇ ਜਦੋਂ ਇਸ ਤਰ੍ਹਾਂ ਬੋਲ ਲੈਣਗੇ ਤੇ ਸਾਨੂੰ ਪਤਾ ਹੈ ਬੋਲਣ ਤੋਂ ਬਾਅਦ ਫਿਰ ਪਛਤਾਵਾ ਵੀ ਕਰਨਗੇ ਵੀ ਕਾਹਨੂੰ ਇਹਨਾਂ ਨੂੰ ਅਸੀਂ ਇਹ ਬਚਨ ਬੋਲਣਾ ਸੀ, ਕਿਉਂਕਿ ਨਿਮਰਤਾ ਵੱਡੀ ਹੈ। ਤੁਹਾਡੀ ਨਿਮਰਤਾ ਉਹਨਾਂ ਦੇ ਮਨ ਨੂੰ ਪਿਘਲਾ ਦੇਵੇਗੀ। ਨੰਮਰ ਹੋਏ ਜਾਏ ਹੈ। ਤੇ ਸਾਡੇ ਪੁੱਤਰ ਮੋਹਨ ਜ਼ਰੂਰ ਔਖਾ ਬੋਲਣਗੇ, ਜੇ ਤੁਸਾਂ ਬਚਨ ਸਹਿ ਲਏ ਤੇ ਸਾਡੇ ਪੁੱਤਰ ਤੁਹਾਡੇ ਅੱਗੇ ਨਿਵ ਜਾਵਣਗੇ ਹੋ ਮਾਨਹਿ ਤੁਮਰੋ ਕਹਿਓ। ਤੇ ਤੁਹਾਡਾ ਕਹਿਆ ਹੋਇਆ ਬਚਨ ਵੀ ਮੰਨਣਗੇ। ਨਾ ਬਹੁਰ ਹਟਾਏ ਹੈ। ਉਸ ਤੋਂ ਬਾਅਦ ਸਦਾ ਤੁਹਾਡੀ ਤਾਬਿਆ ਰਹਿਣ ਕਰਨਗੇ, ਜਿਵੇਂ ਤੁਸੀਂ ਆਖੋਗੇ ਉਸੇ ਤਰ੍ਹਾਂ ਹੀ ਕਰਿਆ ਕਰਨਗੇ, ਕਦੇ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਵਣਗੇ। ਏਮ ਕਹਿ ਸ੍ਰੀ ਗੁਰ ਅਮਰ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਬੌਲੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਸ਼ਨਾਨ ਕਰਦਿਆਂ ਹੋਇਆਂ ਦਰਸ਼ਨ ਬਖਸ਼ੇ ਤੇ ਨਾਲੇ ਬਚਨ ਕਹਿ ਦਿੱਤੇ ਐ। ਸੋ ਅੰਤਰ ਧਿਆਨੀਏ। ਤੇ ਫਿਰ ਅੰਤਰ ਧਿਆਨ ਹੋ ਗਿਆ, ਉੱਥੇ ਬੌਲੀ ਸਾਹਿਬ ਵਿੱਚ ਹੀ ਗੁਪਤ ਹੋ ਗਿਆ। ਇਹਦਾ ਅਰਥ ਖਾਲਸਾ ਜੀ ਕਿ ਬੌਲੀ ਸਾਹਿਬ ਦੇ ਪਾਵਨ ਸਥਾਨ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੁਣ ਵੀ ਵਾਸ ਹੈ, ਜੇ ਕੋਈ ਸ਼ਰਧਾ ਨਾਲ ਇਸ਼ਨਾਨ ਕਰੇ। ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਗਏ ਉਦੋਂ ਸਰੀਰ ਕਰਕੇ ਸੱਚੇ ਪਾਤਸ਼ਾਹ ਜੀ ਹੈ ਨਹੀਂ ਸੀ, ਕਿਉਂਕਿ ਮਹਾਰਾਜ ਸੱਚਖੰਡ ਜਾ ਚੁੱਕੇ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ। ਪਰ ਵੇਖ ਲਓ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਰਸ਼ਨ ਹੋਏ। ਤੋ ਅਰਥ ਕਵੀ ਜੀ ਰੱਖਦੇ ਇਸ ਗੱਲ ਦਾ ਵੀ ਇਹ ਬੌਲੀ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਵਿੱਚ ਕੋਈ ਸ਼ਰਧਾ ਧਾਰ ਕੇ ਇਸ਼ਨਾਨ ਕਰੇ ਤੇ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਤਰੇ, ਅੱਜ ਵੀ ਸਿੱਖ ਨੂੰ ਮਹਾਰਾਜ ਦਰਸ਼ਨ ਦਿੰਦੇ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਰਸ਼ਨ ਬਖਸ਼ ਕੇ ਇਹ ਗੱਲ ਸਮਝਾ ਕੇ ਰਾਹ ਦੱਸ ਕੇ ਪੋਥੀਆਂ ਲੈਣ ਦਾ ਗੁਰੂ ਅਮਰਦਾਸ ਜੀ ਅੰਤਰ ਧਿਆਨ ਭਾਵ ਅਲੋਪ ਹੋ ਗਏ, ਗੁਪਤ ਹੋ ਗਏ ਆ। ਸ੍ਰੀ ਅਰਜਨ ਸਨਕਾਨ। ਇਧਰ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਕੰਨੀ ਸਾਈ ਮਹਾਰਾਜ ਦੀ ਗੱਲ ਸੁਣੀ ਐ ਆਨੰਦ ਮਹਾਨੀਏ। ਤੇ ਬੜਾ ਆਨੰਦ ਆਇਆ ਹਿਰਦੇ ਦੇ ਵਿੱਚ। ਡੇਰਾ ਦੀਨ ਉਤਾਰ। ਫਿਰ ਜਿਹੜਾ ਡੇਰਾ ਭਾਵ ਜਿਹੜਾ ਸਮਾਨ ਸੱਪਾ ਸਭ ਲੈ ਕੇ ਆਏ ਸੀ, ਉਹ ਸਾਰਾ ਇੱਥੇ ਬੌਲੀ ਸਾਹਿਬ ਦੇ ਲਾਗੇ ਸੰਗਤਾਂ ਸਮੇਤ ਉਤਾਰਾ ਕੀਤਾ ਹਜ਼ੂਰ ਨੇ। ਸਕਲ ਇੱਕ ਥਾਨ ਮੈਂ। ਸਾਰੀਆਂ ਸੰਗਤਾਂ ਇੱਕੇ ਥਾਂ ਉਤਰ ਪਈਆਂ। ਆਪ ਇਸ਼ਨਾਨ ਕਰ ਲਿਆ, ਫਿਰ ਸਾਰੀਆਂ ਸੰਗਤਾਂ ਇਸ਼ਨਾਨ ਕਰਨ ਲੱਗੀਆਂ। ਸਭ ਨੇ ਆਪਣਾ ਸਾਜੋ ਸਮਾਨ ਘੋੜਿਆਂ ਗੱਡਿਆਂ ਤੋਂ ਉਤਾਰ ਲਿਆ। ਹੋ ਗਮਨੇ ਪੁਰ ਮੈਂ ਆਪ। ਤੇ ਮਹਾਰਾਜ ਆਪ ਨਾ ਸੰਗਤਾਂ ਇਸ਼ਨਾਨ ਕਰਨ ਲੱਗ ਪਈਆਂ। ਮਹਾਰਾਜ ਨੇ ਪਹਿਲਾਂ ਇਸ਼ਨਾਨ ਸੋਧ ਲਿਆ ਸੀ, ਸੰਗਤ ਇਸ਼ਨਾਨ ਕਰਨ ਲੱਗੀ, ਕੁਝ ਸਿੱਖ ਇਸ਼ਨਾਨ ਕਰਦੇ ਪਏ ਐ ਬੌਲੀ ਸਾਹਿਬ ਦਾ, ਤੇ ਮਹਾਰਾਜ ਆਪ ਤੁਰ ਪਏ ਹਨ ਉਹ ਚੁਬਾਰਾ ਸਾਹਿਬ ਦੇ ਪਾਵਨ ਅਸਥਾਨ ਵੱਲ। ਤੰਬੂਰਾ ਪਾਨ ਪੈ। ਤੇ ਹੱਥ ਵਿੱਚ ਤੰਬੂਰਾ ਸਾਜ ਹੈ, ਮਹਾਰਾਜ ਦੇ ਹੱਥ ਵਿੱਚ ਗਰੀਬ ਨਵਾਜ ਨੇ ਉਹ ਸਾਜ ਪਕੜਿਆ ਹੋਇਆ ਹੈ। ਕੋਈ ਸਰੰਦਾ ਕਹਿੰਦਾ ਹੈ, ਕੋਈ ਤੰਬੂਰਾ ਨਾਮ ਦਾ ਸਾਜ ਵੀ ਦੱਸਦੇ ਆ ਕਵੀ ਜੀ। ਗੁਰ ਸੁਤ ਮੋਹਨ ਜਹਾਂ। ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਸਮਾਧੀ ਲਾ ਕੇ ਬੈਠੇ ਹੋਏ ਆ। ਚੁਬਾਰੇ ਮੈਂ ਰਹਿ। ਚੁਬਾਰਾ ਸਾਹਿਬ ਦੇ ਸਥਾਨ ਦੇ ਵਿੱਚ ਹੀ ਰਹਿੰਦੇ, ਸਦਾ ਬਾਹਰ ਨਹੀਂ ਨਿਕਲਦੇ ਜੋ। ਤਿਸ ਨੀਚੇ ਜੋ ਗਰੀ। ਤੇ ਉਹ ਚੁਬਾਰਾ ਸਾਹਿਬ ਦੇ ਸਥਾਨ ਦੇ ਖਾਲਸਾ ਜੀ ਜਿਹੜੀ ਥੱਲੇ ਗਲੀ ਲੰਘਦੀ ਹੈ, ਉਸ ਗਲੀ ਨੀਵੀਂ ਦੇ ਵਿੱਚ ਜਾਏ ਤਿਹ ਠਾਂ ਲਹੇ। ਉਹ ਥਾਂ ਵੇਖਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗਏ, ਜਾ ਕੇ ਵੇਖਿਆ ਨੀਵਾਂ ਥਾਂ ਚੁਬਾਰਾ ਸਾਹਿਬ ਦੇ ਨਾਲ ਵਾਲੀ ਜਿਹੜੀ ਗਲੀ ਸਾਹਮਣੇ ਹੈ ਸੀ। ਭੂ ਤਲ ਬੈਠੇ ਆਪ। ਤੇ ਮਹਾਰਾਜ ਭੋਏ ਤੇ ਹੀ ਬਹਿ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਭੋਏ ਤੇ ਜਾ ਕੇ ਬੈਠ ਗਏ ਸਾਹਮਣੇ ਚੁਬਾਰਾ ਸਾਹਿਬ ਦੇ ਗਲੀ ਵਿੱਚ। ਸਿੱਖ ਤਬ ਦੇਖ ਕੇ। ਤੇ ਸਿੱਖਾਂ ਨੇ ਵੇਖਿਆ ਵੀ ਮਹਾਰਾਜ ਤਾਂ ਕੋਈ ਆਸਣ ਵੀ ਨਹੀਂ ਲਾਇਆ, ਫਿਰ ਥੱਲੇ ਕੱਪੜਾ ਤੱਕ ਨਹੀਂ ਵਿਛਾਇਆ,
ਤੇ ਉਸੇ ਤਰ੍ਹਾਂ ਹੀ ਚੌਂਕੜਾ ਵਾਲਾ ਧਰਤੀ ਤੇ ਬੈਠ ਗਏ ਗਲੀ ਦੇ ਵਿਚਕਾਰ। ਹੋ ਦੌਰੇ ਆਸਨ ਲੈਨ। ਤੇ ਆਸਣ ਲੈਣ ਵਾਸਤੇ ਨਾ ਮਹਾਰਾਜ ਵਾਸਤੇ ਸਿੱਖ ਜਿਹੜੇ ਨਾਲ ਸੀ ਭੱਜ ਕੇ ਦੌੜੇ ਆ, ਜਿੱਥੇ ਉਤਾਰਾ ਕੀਤਾ ਸੀ ਨਾ ਸਾਰੇ ਸਮਾਨ ਦਾ, ਉਥੋਂ ਕੋਈ ਬਿਸਤਰਾ ਆਸਣ ਲੈਣ ਵਾਸਤੇ ਮਹਾਰਾਜ ਲਈ ਦੌੜੇ ਆ। ਸੋ ਬਿਸਮ ਵਿਸੇਖ ਤੇ ਕੈ। ਨਾਲੇ ਸਿੱਖ ਬਹੁਤ ਹੈਰਾਨ ਹੁੰਦੇ ਵੀ ਮਹਾਰਾਜ ਨੇ ਹੱਦ ਕਰ ਦਿੱਤੀ ਵੀ ਗਲੀ ਦੇ ਵਿਚਕਾਰ ਹੀ ਉਸੇ ਤਰ੍ਹਾਂ ਹੀ ਮਿੱਟੀ ਵਿੱਚ ਚੌਂਕੜਾ ਲਾ ਕੇ ਬੈਠ ਗਏ ਆ। ਸਫੈ ਗਲੀਚੇ ਆਦ। ਤੇ ਦਵਾ ਦਵ ਭੱਜੇ ਸਿੱਖ ਜਿਹੜੇ ਨਾਲ ਤਾਬਿਆ ਰਹਿਣ ਵਾਲੇ, ਤੇ ਦਵਾ ਦਵ ਹਾਲੇ ਨਾਲ ਹੀ ਉਹ ਗਲੀਚੇ ਚਾਦਰਾਂ ਕੁਝ ਸੋਹਣੇ ਗੱਦੇ ਮਹਾਰਾਜ ਦੀ ਵਿਛਾਈ ਵਾਸਤੇ ਲੈ ਆਏ ਆ। ਜੋ ਲਿਆਏ ਪਿਸ਼ਾਵ ਨੇ। ਤੇ ਵਿਛਾਉਣ ਲੱਗੇ ਆ ਜਦੇ ਹੀ। ਮੰਦਰਲ ਬਾਕ ਨਹਿ ਸਭੇ ਨ। ਸਾਰਿਆਂ ਨੂੰ ਮ੍ਰਿਦਲ ਮਿੱਠੇ ਬਚਨ ਕਹਿ ਕੇ ਨਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬੜੇ ਧੀਰਜ ਦੇ ਨਾਲ ਸਿੱਖਾਂ ਨੂੰ ਰੋਕ ਦਿੱਤਾ ਹੈ। ਕਰੇ ਸੋ ਹਟਾਵ ਨੇ। ਹਟਾ ਦਿੱਤਾ। ਮਾਰੇ ਕਹਿੰਦੇ ਨਹੀਂ, ਅੱਜ ਇੱਥੇ ਕੋਈ ਵੀ ਆਸਣ ਨਹੀਂ ਲਾਵੇਗਾ, ਅਸੀਂ ਭੋਏ ਤੇ ਹੀ ਬੈਠਾਂਗੇ। ਤੰਬੂਰਾ ਸੁਰ ਠਾਨ। ਤੇ ਹੱਥ ਵਿੱਚ ਮਹਾਰਾਜੀਆਂ ਨੇ ਕੱਸ ਕੇ ਉਹ ਤੰਬੂਰਾ ਜਾਂ ਸਿਰੰਦਾ ਜਿਹੜਾ ਸਾਜ਼ ਹੁੰਦਾ ਹੈ ਵਜਾਉਣ ਵਾਸਤੇ, ਕੀਰਤਨ ਕਰਨ ਵਾਸਤੇ, ਉਹ ਪਕੜਿਆ ਹੋਇਆ। ਲੱਗੇ ਪਨ ਗਾਵਨੇ। ਤੇ ਉੱਚੀ ਉੱਚੀ ਚੁਬਾਰਾ ਸਾਹਿਬ ਵੱਲ ਨੂੰ ਮੂੰਹ ਕਰਕੇ ਮਹਾਰਾਜ ਗਾਉਣ ਲੱਗੇ ਆ। ਹੋ ਗੌੜੀ ਰਾਗ ਅਲਾਪ। ਗੌੜੀ ਰਾਗ ਦੇ ਵਿੱਚ ਮਹਾਰਾਜੀਆਂ ਗੌੜੀ ਰਾਗ ਅਲਾਪਿਆ। ਗੌੜੀ ਰਾਗ ਦੇ ਵਿੱਚ ਮਹਾਰਾਜੀਆਂ ਨੇ ਰਾਗ ਕੱਢਿਆ ਹੈ। ਮਧੁਰ ਸੁਰ ਭਾਵਨੇ। ਤੇ ਮਿੱਠੀ ਆਵਾਜ਼ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਾਰਿਆਂ ਦੇ ਮਨ ਨੂੰ ਭਾਉਣ ਵਾਲੀ ਹੈ। ਦੋਹਰਾ ਸ਼ਬਦ ਬਨਾਵਤ ਜਾਤ ਹੈ। ਤੇ ਮਹਾਰਾਜ ਹੁਣ ਖਾਲਸਾ ਜੀ ਬਾਣੀ ਦੇ ਝਰਨੇ ਸੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ। ਤੇ ਜਦੇ ਹੀ ਮੁਖੇ ਬੋਲਦੇ, ਜਦੇ ਮਰਜੀ ਬੈਠੇ ਹੋਏ ਪਾਵਨ ਗੁਰਬਾਣੀ ਦੇ ਸ਼ਬਦ ਉਚਾਰੀ ਜਾਂਦੇ ਸੀ। ਤੋ ਗੁਰੂ ਗਰੀਬ ਨਵਾਜ ਮਹਾਰਾਜ ਜੀ ਜਦੋਂ ਨੇਤਰ ਬੰਦ ਕੀਤੇ, ਹੱਥ ਵਿੱਚ ਸਰੰਦਾ ਫੜਿਆ ਤੇ ਵੇਖਿਆ ਚੁਬਾਰਾ ਸਾਹਿਬ ਵਾਲੇ ਸਥਾਨ ਵਾਲੇ ਪਾਸੇ ਵੇਖ ਕੇ ਨੇਤਰ ਬੰਦ ਕਰ ਲਏ। ਤੇ ਜਦੋਂ ਬੋਲਦੇ ਆ ਫਿਰ ਗੌੜੀ ਰਾਗ ਵਿੱਚ ਸੋਹਣੇ ਸ਼ਬਦ ਮਹਾਰਾਜ ਦੇ ਮੁਖੋਂ ਡੁੱਲਣ ਲੱਗੇ ਹਨ। ਗਾਵਤ ਗੌੜੀ ਰਾਗ। ਤੇ ਅੱਜ ਕਵੀ ਜੀ ਕਹਿੰਦੇ ਵੇਖੋ, ਪਰਮੇਸ਼ਰ ਆਪ ਭੋਏ ਤੇ ਬਹਿ ਕੇ ਚੌਂਕੜਾ ਲਾ ਕੇ ਤੇ ਗੌੜੀ ਰਾਗ ਵਿੱਚ ਉਸਤਤੀ ਕਰਦਾ ਆਪਦਿਆਂ ਭਗਤਾਂ ਦੀ। ਕਬ ਉੱਚੀ ਧਨ ਹੋਤ ਹੈ। ਗਰੀਬ ਨਵਾਜ ਜਦੋਂ ਗਾਉਂਦੇ ਆ ਨਾ, ਕਦੀ ਤਾਂ ਬੜੀ ਉੱਚੀ ਸੁਰ ਵਿੱਚ ਚੜ ਜਾਂਦੇ ਹਨ। ਕਬ ਧਨ ਸਹਜੇ ਲਾਗ। ਤੇ ਜਦੋਂ ਵਿਰਾਗ ਨਾਲ ਗਲ ਜਾਂ ਮਨ ਭਰ ਜਾਂਦਾ, ਫਿਰ ਧੁਨ ਜਿਹੜੀ ਉਹ ਧੀਰੀ ਹੋ ਜਾਂਦੀ ਹੈ, ਧੀਮੀ ਪੈ ਜਾਂਦੀ ਹੈ। ਸ੍ਰੀ ਮੁਖ ਵਾਕ। ਗੌੜੀ ਮਹੱਲਾ ਪੰਜਵਾ। ਮਹਾਰਾਜ ਨੇ ਗੌੜੀ ਰਾਗ ਜਿਹੜਾ ਉਹਦੇ ਵਿੱਚ ਸ਼ਬਦ ਉਚਾਰਨਾ ਕੀਤਾ। ਉਹ ਜਿਹੜਾ ਸ਼ਬਦ ਉਚਾਰਿਆ ਉਹ ਕੀ ਉਚਾਰਿਆ? ਮਹਾਰਾਜ ਕਵੀ ਜੀ ਕਹਿੰਦੇ ਆਹ ਸ਼ਬਦ ਹਜ਼ੂਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਚਾਰਨਾ ਕੀਤਾ। ਮੋਹਨ ਤੇਰੇ ਊਚੇ ਮੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਾਧ ਸੰਗਤ ਜੀ ਬਚਨ ਉਚਾਰਦੇ ਆ ਬਾਬਾ ਮੋਹਨ ਜੀ ਨੂੰ। ਉਹਦਾ ਕਾਰਨ ਹੁਣ ਇਹ ਹੈ, ਕੋਈ ਕਹਿੰਦਾ ਨਹੀਂ ਜੀ ਬਾਬਾ ਮੋਹਨ ਜੀ ਦੇ ਪਰਥਾਏ ਬਾਣੀ ਕਿਵੇਂ ਉਚਾਰੀ ਜਾ ਸਕਦੀ ਹੈ। ਮੋਹਨ ਕੌਣ ਹੈ ਖਾਲਸਾ ਜੀ? ਇੱਕ ਮੋਹਨ ਉਹ ਹੈ ਜਿਹੜਾ ਸਾਰਿਆਂ ਦੇ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਅਕਾਲ ਪੁਰਖ ਹੈ। ਉਹ ਮੋਹਨ, ਮੋਹ ਨੂੰ ਮੋਹਨ, ਮੋਹ ਤੇ ਨੰਨਾ ਮੁਕਤਾ ਕਰੀਏ। ਨੰਨਾ ਜਿਹੜਾ ਹੁੰਦਾ ਖਾਲਸਾ ਜੀ ਉਹ ਨਾਂਹਵਾਚਕ ਹੁੰਦਾ, ਪ੍ਰਤੀਕ ਹੁੰਦਾ ਨਹੀਂ ਦਾ। ਜਿਹੜੇ ਪਰਮੇਸ਼ਰ ਅਕਾਲ ਪੁਰਖ ਮੋਹ ਨੂੰ ਨਾ ਕਹੀਏ ਨਾਸ਼ ਕਰਨ ਵਾਲਾ ਹੈ, ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਹੈ, ਉਹ ਪਰਮੇਸ਼ਰ ਦੇ ਵਿੱਚ ਸੁਰਤੀ ਲਾਉਣ ਵਾਲਾ ਇੱਕ ਬਾਬਾ ਮੋਹਨ ਹੈ, ਗੁਰੂ ਅਮਰਦਾਸ ਮਹਾਰਾਜ ਦਾ ਸਾਹਿਬਜ਼ਾਦਾ। ਹੁਣ ਬਾਬਾ ਮੋਹਨ ਜੀ ਨੇ ਸੁਰਤੀ ਲਾਈ ਮੋਹਨ ਦੇ ਵਿੱਚ, ਤੋ ਸਾਧ ਸੰਗਤ ਜਿਹੜਾ ਨਾਮੀ ਹੁੰਦਾ ਹੈ ਉਹ ਨਾਮ ਵਿੱਚ ਅਭੇਦ ਹੋ ਜਾਂਦਾ ਹੈ। ਇੱਕ ਨਾ ਇਹ ਗ੍ਰੰਥਾਂ ਵਿਦਾਂਤ ਵੀ ਇਸ ਗੱਲ ਦੀ ਹਾਮੀ ਭਰਦਾ ਹੈ। ਖਾਲਸਾ ਜੀ ਤ੍ਰਿਕੁਟੀ ਹੁੰਦੀ ਹੈ, ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਤੇ ਕਰਤਾ ਕਰਮ ਕਿਰਿਆ ਬੜੇ ਤਰ੍ਹਾਂ ਦੀ ਹੈ। ਦ੍ਰਿਸ਼ਟਾ ਤੇ ਦ੍ਰਿਸ਼ਟ, ਦ੍ਰਿਸ਼ਟੇ, ਇਸ ਤਰ੍ਹਾਂ ਦੀਆਂ ਤ੍ਰਿਕੁਟੀਆਂ ਹੁੰਦੀਆਂ। ਭਾਵ ਇੱਕ ਧਿਆਤਾ ਹੈ ਜਿਹੜਾ ਧਿਆ ਰਿਹਾ, ਜਿਹਨੂੰ ਧਿਆ ਰਿਹਾ ਉਹ ਤੇ ਹੈ, ਤੇ ਜਿਹਦੇ ਦੁਆਰਾ ਧਿਆ ਰਿਹਾ ਉਹ ਧਿਆਨ ਹੈ। ਜਿਵੇਂ ਦ੍ਰਿਸ਼ਟਾ, ਦ੍ਰਿਸ਼ਟ, ਦ੍ਰਿਸ਼ਟੇ। ਇੱਕ ਖਾਲਸਾ ਜੀ ਦ੍ਰਿਸ਼ਟਾ ਹੁੰਦਾ ਜਿਹੜਾ ਵੇਖ ਰਿਹਾ,
ਇੱਕ ਦ੍ਰਿਸ਼ ਹੁੰਦਾ ਜਿਹਨੂੰ ਆਪਾਂ ਵੇਖ ਰਹੇ ਹਾਂ, ਇੱਕ ਉਹਦੇ ਵਿਚਕਾਰ ਚੀਜ਼ ਕੰਮ ਕਰਦੀ ਜਿਹਨੂੰ ਆਪਾਂ ਦ੍ਰਿਸ਼ਟੀ ਕਹਿੰਦੇ ਆ, ਨਿਗਾਹ। ਫਰਜ਼ ਕਰੋ ਜਿਹੜਾ ਦ੍ਰਿਸ਼ਟਾ ਕਿਸੇ ਚੀਜ਼ ਨੂੰ ਵੇਖ ਰਿਹਾ ਦ੍ਰਿਸ਼ਟੀ ਦੇ ਨਾਲ, ਉਹ ਦ੍ਰਿਸ਼ਟਾ ਤੇ ਜਿਹੜੀ ਚੀਜ਼ ਆ ਜਿਹਨੂੰ ਵੇਖਣਾ, ਉਹ ਜੇ ਇੱਕ ਹੋ ਜਾਣ ਫਿਰ ਵਿਚਲੀ ਮਿਟ ਜਾਂਦੀ ਨਾ ਦ੍ਰਿਸ਼ਟੀ। ਜਿਵੇਂ ਫਰਜ਼ ਕਰੋ ਵੀ ਸਾਧ ਸੰਗਤ ਜੀ ਕੋਈ ਸਮੁੰਦਰ ਹੈ ਜਾਂ ਖੂਹ ਹੈ, ਖੂਹ ਦੇ ਵਿੱਚੋਂ ਕੋਈ ਪਾਣੀ ਨਿਕਲਦਾ ਹੈ, ਉਹ ਕਿਸੇ ਭਾਂਡੇ ਵਿੱਚ ਪਈ ਜਾਵੇ ਜਾਂ ਕਿਸੇ ਵੱਡੇ ਟੋਭੇ ਵਿੱਚ ਪਈ ਜਾਵੇ, ਜਾਂ ਇੱਕ ਕੇਤਲੀ ਹੈ, ਕੇਤਲੀ ਵਿੱਚੋਂ ਪਾਣੀ ਕੱਢੀਏ ਅੱਗੇ ਕਿਸੇ ਭਾਂਡੇ 'ਚ ਪਈ ਜਾਵੇ। ਹੁਣ ਇੱਕ ਉਹਨਾਂ ਦੋਵਾਂ ਦੇ ਵਿਚਕਾਰ ਇੱਕ ਧਾਰ ਕੰਮ ਕਰਦੀ ਹੈ, ਪਰ ਉਹੀ ਭਾਂਡਾ ਉਹ ਬਾਲਟੀ ਜਾਂ ਕੇਤਲੀ ਦੇ ਵਿੱਚ ਹੀ ਰੱਖ ਦਈਏ, ਭਰ ਵੀ ਗਿਆ, ਧਾਰ ਮਿਟ ਗਈ ਨਾ, ਭਾਂਡਾ ਜਿਹਦੇ 'ਚ ਪੈਣਾ ਸੀ ਉਹ ਵੀ ਇੱਕ ਹੋ ਗਿਆ, ਤੇ ਭਾਂਡਾ ਜਿਹਦੇ ਵਿੱਚ ਵੱਧ ਜਾਲ ਉਹ ਵੀ ਇੱਕ, ਤੇ ਧਾਰ ਖਤਮ ਹੋ ਗਈ। ਇਸ ਤਰ੍ਹਾਂ ਜਿਹੜਾ ਨਾਮੀ ਹੁੰਦਾ ਨਾ ਖਾਲਸਾ ਜੀ, ਧਿਆਤਾ ਧਿਆਨ ਤੇ ਇਹ ਤ੍ਰਿਕੁਟੀ ਛੁੱਟ ਜਾਂਦੀ। ਜਦੋਂ ਧਿਆਤਾ ਜਿਹੜਾ ਉਹ ਧੇ ਵਿੱਚ ਲੀਨ ਹੋ ਜਾਏ ਫਿਰ ਧਿਆਨ ਨਹੀਂ ਰਹਿੰਦਾ, ਕਿਉਂਕਿ ਧਿਆਨ ਕਰਨਾ ਕਿਹਦਾ ਹੈ? ਪਰਮੇਸ਼ਰ ਦਾ। ਤੇ ਜਦੋਂ ਪਰਮੇਸ਼ਰ ਆ ਹੀ ਧਿਆਨ ਵਿੱਚ ਗਿਆ ਫਿਰ ਕੀ ਲੋੜ ਧਿਆਨ ਕਰਨ ਦੀ। ਇਸ ਲਈ ਜਦੋਂ ਸਾਧ ਸੰਗਤ ਜੀ ਕੋਈ ਪਰਮੇਸ਼ਰ ਦਾ ਆਰਾਧਨ ਕਰਦਾ ਹੈ ਨਾ, ਪਰਮੇਸ਼ਰ ਨੂੰ ਧਿਆਉਂਦਿਆਂ 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 ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਉਥੇ ਭਗਤ ਤੇ ਪਰਮੇਸ਼ਰ ਇੱਕ ਬਣ ਜਾਂਦੇ, ਜਿਵੇਂ ਹਰ ਹਰ ਜਨ ਦੁਈ ਏਕ ਹੈ, ਬੇਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਤੋ ਬਾਬਾ ਮੋਹਨ ਜੀ ਜਿਹੜੇ ਆ ਉਹ ਖਾਲਸਾ ਜੀ ਹੁਣ ਪਰਮੇਸ਼ਰ ਦੇ ਵਿੱਚ ਸੁਰਤੀ ਲਾਉਂਦਿਆਂ ਲਾਉਂਦਿਆਂ ਪਰਮੇਸ਼ਰ ਰੂਪ ਹੋ ਚੁੱਕੇ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਗਾ ਪਰਮੇਸ਼ਰ ਦੇ ਪਰਥਾਏ ਰਹੇ ਹੈ, ਪਰ ਬਾਬਾ ਮੋਹਨ ਜੀ ਹੁਣ ਕੌਣ ਹੈ? ਖਾਲਸਾ ਜੀ ਉਹ ਕਿਉਂਕਿ ਬ੍ਰਹਮ ਲੀਨ ਹੋ ਚੁੱਕੇ ਹੈ ਨਾ, ਜੀਵਨ ਮੁਕਤ ਹੈ, ਬ੍ਰਹਮ ਲੀਨ ਹੈ। ਇਸ ਕਰਕੇ ਸ਼ਬਦ ਦੇ ਅਰਥ ਜਿਵੇਂ ਮਰਜ਼ੀ ਕਰ ਲਓ, ਚਾਹੇ ਪਰਮੇਸ਼ਰ ਦੇ ਪਰਥਾਏ ਕੋਈ ਕਰ ਲਵੇ। ਜੇ ਬਾਬਾ ਮੋਹਨ ਜੀ ਦੇ ਪਰਥਾਏ ਮਹਾਰਾਜ ਨੇ ਉਚਾਰੇ, ਤੇ ਜਿਹੜਾ ਅੱਗੇ ਸਾਧੂ ਬੈਠਾ ਬਾਬਾ ਜੀ, ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਜਿਹੜੇ ਬੜੇ ਸਮਿਆਂ ਤੋਂ, ਦਹਾਕਿਆਂ ਤੋਂ ਪਰਮੇਸ਼ਰ ਵਿੱਚ ਬਿਰਤੀ ਲਾ ਲਾ ਕੇ ਪਰਮੇਸ਼ਰ ਰੂਪ ਹੋ ਚੁੱਕੇ ਹੈ। ਇਸ ਗੱਲ ਦੀ ਗਵਾਹੀ ਭਗਤ ਕਬੀਰ ਜੀ ਭਰਦੇ ਹੈ। ਜਿਉਂ ਜਲ ਮਹਿ ਜਲ ਪੈਸ ਨਾ ਨੀਕਸ, ਜਿਵੇਂ ਜਲ ਵਿੱਚ ਜਲ ਪੈ ਜਾਂਦਾ ਹੈ, ਇਸ ਤਰ੍ਹਾਂ ਭਗਤ ਪਰਮੇਸ਼ਰ ਇੱਕ ਹੋਏ ਹੋਏ ਆ। ਕਿਹਦੇ ਨਾਲ? ਆਰਾਧਨ ਦੇ ਨਾਲ, ਨਾਮ ਦੇ ਨਾਲ। ਨਾਮ ਜਪ ਜਪ ਕੇ ਖਾਲਸਾ ਜੀ ਨਾਮੀ ਉਸ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਤੇ ਬਾਬਾ ਮੋਹਨ ਜੀ ਹੁਣ ਪਰਮੇਸ਼ਰ ਦੇ ਵਿੱਚ ਅਭੇਦ ਹੋ ਕਰਕੇ ਖਾਲਸਾ ਜੀ ਉਹ ਪਰਮੇਸ਼ਰ ਰੂਪ ਹੋ ਚੁੱਕੇ ਸੀ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਸਤਤੀ ਤਾਂ ਬਾਬਾ ਮੋਹਨ ਜੀ ਦੇ ਸਨਮੁਖ ਹੋ ਕੇ ਕਰ ਰਹੇ ਉਹਨਾਂ ਦੀ, ਪਰ ਉਸਤਤੀ ਬਾਬਾ ਮੋਹਨ ਜੀ ਦੀ ਵੀ ਹੈ ਤੇ ਬ੍ਰਹਮ ਦੀ ਵੀ ਹੈ। ਉਹਦਾ ਕਾਰਨ ਹੈ ਕਿ ਬਾਬਾ ਮੋਹਨ ਜੀ ਹੀ ਬ੍ਰਹਮ ਰੂਪ ਹੋ ਚੁੱਕੇ ਹੈ। ਇਸ ਕਰਕੇ ਇਹਦੇ ਅਰਥ ਇੱਥੇ ਖਾਲਸਾ ਜੀ ਬਾਬਾ ਮੋਹਨ ਜੀ ਦੇ ਪਰਥਾਏ ਜਾਣਨੇ ਆ, ਪਰ ਉਸ ਤਰ੍ਹਾਂ ਵਾਸਤਵ ਵਿੱਚ ਜੇ ਅਰਥ ਵੇਖੋ ਤੇ ਹੁਣ ਬਾਬਾ ਮੋਹਨ ਜੀ ਦੇ ਪਰਥਾਏ ਕਹੋ, ਤੇ ਜਦੋਂ ਅੱਗੇ ਪਿੱਛੇ ਅਰਥ ਕਰਦੇ ਉਦੋਂ ਖਾਲਸੇ ਦੂਸਰਾ ਅਰਥ ਕਹਿ ਲਓ, ਉਹ ਅਰਥ ਬ੍ਰਹਮ ਦੇ ਪਰਥਾਏ ਵੀ ਕੀਤਾ ਜਾਂਦਾ। ਇਸ ਕਰਕੇ ਹੈ ਤਾਂ ਬ੍ਰਹਮ ਦੇ ਪਰਥਾਏ, ਪਰ ਬ੍ਰਹਮ ਹੁਣ ਬਾਬਾ ਮੋਹਨ ਜੀ ਬ੍ਰਹਮ ਹੀ ਲੀਨ ਹੋ ਚੁੱਕੇ ਆ। ਇਸ ਕਰਕੇ ਮਹਾਰਾਜ ਨੇ ਉਚਾਰਿਆ ਮੋਹਨ ਤੇਰੇ ਉੱਚੇ ਮੰਦਿਰ। ਹੇ ਬਾਬਾ ਮੋਹਨ ਜੀ, ਗੁਰੂ ਅਮਰਦਾਸ ਮਹਾਰਾਜ ਪਰਮੇਸ਼ਰ ਦੇ ਸਾਹਿਬਜ਼ਾਦੇ ਵੱਡੇ ਧੰਨ ਧੰਨ ਬਾਬਾ ਮੋਹਨ ਜੀ, ਤੇਰੇ ਉੱਚੇ ਮੰਦਰ, ਤੁਹਾਡੇ ਆ ਚੁਬਾਰਾ ਸਾਹਿਬ ਰੂਪ ਜਿਹੜੇ ਉੱਚੇ ਸਾਰਿਆਂ ਤੋਂ ਮੰਦਰ ਹਨ। ਮਹਿਲ ਅਪਾਰਾ, ਤੇ ਜਿਹੜਾ ਪਾਰਾਵਾਰ ਤੋਂ ਰਹਿਤ ਆ ਨਾ ਪਰਮੇਸ਼ਰ, ਉਹਦੇ ਵਿੱਚ ਮਹਿਲ ਨਾਮ ਸਰੂਪ ਦਾ ਹੈ। ਤੁਸੀਂ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਹੀ ਮਹਿਲ ਕਹੀਏ ਸਰੂਪ ਹੋ ਚੁੱਕੇ। ਇੱਥੇ ਹੁਣ ਅਰਥ ਸਪਸ਼ਟ ਹੋ ਗਿਆ। ਮਹਾਰਾਜ ਨੇ ਮਹਿਲ ਅਪਾਰਾ ਵਰਤ ਦਿੱਤਾ। ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਵਿੱਚ ਮਹਿਲ ਕਹੀਏ ਤੁਹਾਡਾ ਵਾਸਾ ਹੈ, ਜਾਂ ਪਰਮੇਸ਼ਰ ਦਾ ਸਰੂਪ ਹੋ, ਤੁਹਾਡੇ ਉੱਚੇ ਮੰਦਰ ਹਨ। ਮੋਹਨ ਤੇਰੇ ਸੋਹਣ ਦਵਾਰ ਜਿਉ। ਤੋ ਮਹਾਰਾਜ ਕਹਿੰਦੇ ਹੈ ਬਾਬਾ ਮੋਹਨ ਜੀ, ਤੁਹਾਡੇ ਵੇਖੋ ਆ ਕਿੱਡੇ ਸੋਹਣੇ ਦਰਬਾਰ ਦਰਵਾਜ਼ੇ ਸ਼ੋਭ ਰਹੇ ਹਨ, ਜਿਹੜੇ ਕਿਉਂਕਿ ਬੰਦ ਕੀਤੇ ਸੀ ਨਾ ਮਹਾਰਾਜ, ਉਹਨਾਂ ਦਰਵਾਜ਼ਿਆਂ ਅੱਗੇ ਬੈਠ ਕੇ ਗਾਉਂਦੇ ਆ। ਤੁਹਾਡੇ ਇੱਕ ਵਾਰ ਇਹ ਦਰਵਾਜ਼ੇ ਕਿਵੇਂ ਸ਼ੋਭਾ ਪਾਉਂਦੇ ਆ, ਭਗਤੀ ਦੀ ਮਹਿਕ ਆਉਂਦੀ ਹੈ। ਸੰਤ ਧਰਮਸ਼ਾਲਾ, ਤੇ ਸੰਤਾਂ ਰੂਪੀ ਜਾਂ ਜਿਹੜੀ ਇਹ ਗੁਰੂ ਅਮਰਦਾਸ ਮਹਾਰਾਜ ਰੂਪੀ ਸੰਤ ਹੈ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਸਰੂਪ ਗੁਰੂ ਗਰੀਬ ਨਵਾਜ, ਜਿਨ੍ਹਾਂ ਦਾ ਗੋਇੰਦਵਾਲ ਸਾਹਿਬ ਇਹ ਧਰਮਸ਼ਾਲਾ ਹੈ। ਸ਼ਾਲਾ ਨਾਮ ਘਰ ਦਾ ਹੈ,
ਗੋਇੰਦਵਾਲ ਸਾਹਿਬ ਧਰਮ ਦਾ ਘਰ ਹੈ। ਧਰਮਸਾਲ ਅਪਾਰ ਦਇਆਲ ਠਾਕੁਰ। ਹਾਂ, ਧਰਮਸ਼ਾਲਾ ਜਿਹੜੀ ਹੈ ਇਹ ਧਰਮ ਦਾ ਸਾਲ ਘਰ ਗੋਇੰਦਵਾਲ ਸਾਹਿਬ, ਇਹ ਪਾਰਾਵਾਰ ਤੋਂ ਰਹਿਤ ਹੈ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੋਂ। ਦਇਆਲ ਠਾਕੁਰ, ਉਹ ਠਾਕੁਰ ਪਰਮੇਸ਼ਰ ਜਿਹੜਾ ਬੜਾ ਦਇਆ ਕਰਨ ਵਾਲਾ, ਦਇਆ ਦਾ ਘਰ ਹੈ। ਸਦਾ ਕੀਰਤਨ ਗਾਵਹਿ। ਜਿਸ ਪਰਮੇਸ਼ਰ ਦੀ ਸਦਾ ਤੁਸੀਂ ਕੀਰਤੀ ਗਾਉਂਦੇ ਹੋ, ਸਮਾਧੀ ਲਾ ਕੇ ਸਦਾ ਜਿਸ ਪਰਮੇਸ਼ਰ ਦੇ ਉਸਤਤੀ ਉਚਰਦੇ ਉਚਰਾਉਂਦੇ ਹੋ। ਜਹ ਸਾਧ ਸੰਤ ਇਕਰਤ ਹੋਵਹਿ। ਇਕੱਤਰ ਹੋਵੈ। ਹੇ ਬਾਬਾ ਮੋਹਨ ਜੀ ਮਹਾਰਾਜ, ਜਿੱਥੇ ਵੀ ਸਾਧੂ ਸੰਤ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਸਿੱਖ ਸੇਵਕ ਸੰਗਤਾਂ ਇਕੱਠੀਆਂ ਹੁੰਦੀਆਂ ਹਨ, ਤਹ ਤੁਜਹ ਧਿਆਵਹਿ। ਤੁਹਾਨੂੰ ਉੱਥੇ ਧਿਆਉਂਦੇ ਐ, ਉੱਥੇ ਤੁਹਾਡਾ ਧਿਆਨ ਧਰਦੇ ਸਾਰੇ ਕਿ ਭਾਈ ਬਾਬਾ ਮੋਹਨ ਜੀ ਧੰਨ ਹਨ, ਜਿਹੜੇ ਬੜੇ ਸਮੇਂ ਤੋਂ ਸਮਾਧੀ ਲਾ ਕੇ ਪਰਮੇਸ਼ਰ ਦਾ ਹੀ ਰੂਪ ਹੋ ਬੈਠੇ ਐ। ਤੋ ਇੱਥੇ ਚਾਹੇ ਅਰਥ ਜਾਣ ਲਓ, ਅਨਿਆਥਾ ਖਾਲਸਾ ਜੀ ਨੂੰ ਬਾਬਾ ਮੋਹਨ ਜੀ ਨੂੰ ਮਹਾਰਾਜ ਕਹਿੰਦੇ ਆ, ਬਾਬਾ ਮੋਹਨ ਜੀ ਤੁਸੀਂ ਬ੍ਰਹਮ ਰੂਪ ਹੋ। ਜਿੱਥੇ ਸਾਧੂ ਸੰਤ ਇਕੱਠੇ ਹੋ ਕੇ ਬਹਿੰਦੇ ਆ, ਉਸੇ ਬ੍ਰਹਮ ਰੂਪ ਜੀ ਦਾ ਤੁਸੀਂ ਸਰੂਪ ਹੋ, ਉਹਨੂੰ ਧਿਆਉਂਦੇ ਆ, ਭਾਵ ਤੁਹਾਨੂੰ ਧਿਆਉਂਦੇ ਹਨ। ਕਰ ਦਇਆ ਮਇਆ ਦਿਆਲ ਸੁਆਮੀ। ਹਾਂ, ਹੇ ਕਰੋ ਸੁਆਮੀ ਮਾਲਕ, ਹੇ ਮਾਲਕ ਬ੍ਰਹਮ ਰੂਪ ਬਾਬਾ ਮੋਹਨ ਜੀ ਸਾਡੇ ਤੇ ਦਇਆ ਕਰੋ। ਦਇਆ ਦੇ ਮਇਆ ਤੁਸੀਂ ਘਰ ਹੋ ਜਾਂ ਦਇਆ ਕਰਨ ਹਾਰੇ ਹੋ, ਹੇ ਦਇਆ ਦੇ ਘਰ ਸੁਆਮੀ ਜੀ। ਹੋ ਦੀਨ ਕਿਰਪਾਰਾ। ਆ ਸਾਡੇ ਤੁਸੀਂ ਦੀਨਾਂ ਤੇ ਕਿਰਪਾ ਕਰਨ ਵਾਲੇ ਹੋ, ਬੜੇ ਕਿਰਪਾਲੂ, ਦੀਨਾਂ ਤੇ ਨਿਮਾਣਿਆਂ ਤੇ ਦਇਆ ਕਰਨ ਵਾਲੇ ਹੋ। ਬਿਨਵੰਤ ਨਾਨਕ ਦਰਸ ਪਿਆਸੇ। ਹਾਂ, ਬਿਨਵੰਤ ਕਹੀਏ ਬੇਨਤੀ ਪੂਰਵਕ ਅਸੀਂ ਬੇਨਤੀ ਕਰਦੇ ਹਾਂ, ਹੱਥ ਜੋੜ ਕੇ ਬਾਬਾ ਮੋਹਨ ਜੀ ਤੁਹਾਡੇ ਦਰਸ਼ਨਾਂ ਦੇ ਅਸੀਂ ਪਿਆਸੇ ਹਾਂ, ਅੰਮ੍ਰਿਤਸਰ ਸਾਹਿਬ ਤੋਂ ਦਰਸ਼ਨ ਕਰਨ ਆਏ ਹਾਂ। ਮਿਲ ਦਰਸ਼ਨ ਸੁਖ ਸਾਰਾ। ਮਿਲੋ ਸਾਨੂੰ, ਸਾਨੂੰ ਦਰਸ਼ਨ ਦਿਓ, ਜਿਨ੍ਹਾਂ ਦਰਸ਼ਨਾਂ ਦੇ ਵਿੱਚ ਸਾਰੇ ਸੁੱਖ ਛੁਪੇ ਹੋਏ ਹਨ। ਅਡਿਲ ਮੋਹਨ ਧੁਨ ਸੁਨ ਕਾਨ। ਉਹ ਕਵੀ ਜੀ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਗਾਇਆ ਨਾ ਖਾਲਸਾ ਜੀ ਸਰੰਦੇ ਦੇ ਨਾਲ, ਤੇ ਬਾਬਾ ਮੋਹਨ ਜੀਆਂ ਦੇ ਕੰਨਾਂ ਵਿੱਚ ਗੁਰਬਾਣੀ ਦੀ ਮਿੱਠੀ ਆਵਾਜ਼ ਪਈ ਜਦ, ਜਾਨ ਬਿਰਤਾਂਤ ਕੋ। ਤੇ ਸਾਰਾ ਬਿਰਤਾਂਤ ਜਿਹੜਾ ਉਹਨਾਂ ਨੇ ਜਾਣ ਲਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਥੋਂ ਪੋਥੀਆਂ ਲੈਣ ਆਏ, ਕਿਉਂਕਿ ਇਹ ਵੀ ਸਭ ਕੁਝ ਜਾਣੀ ਜਾਣ ਸੀ। ਜਾਣ ਗਏ ਵੀ ਬਾਹਰ ਚੁਬਾਰਾ ਸਾਹਿਬ ਦੇ ਦਰਵਾਜ਼ੇ ਦੇ ਅੱਗੇ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਆਏ ਹੋਏ ਆ, ਉਹ ਕੀਰਤਨ ਕਰ ਰਹੇ ਹਨ। ਜੋ ਬਾਰੇ ਕੇ ਵਿਖੈ। ਚੁਬਾਰੇ ਦੇ ਵਿੱਚੋਂ ਫੇਰ ਜੋ ਤਾਕੀ ਬਾਤ ਕੋ। ਜਿਹੜੀ ਹਵਾ ਵਾਲੀ ਤਾਕੀ ਹੁੰਦੀ ਹੈ ਰੱਖੀ ਹੋਈ, ਉਹ ਹਵਾ ਵਾਲੀ ਜਿਹੜੀ ਤਾਕੀ ਸੀ ਨਾ ਚੁਬਾਰਾ ਸਾਹਿਬ ਦੇ ਅੰਦਰ, ਸੋ ਖੋਲੀ ਤਤਕਾਲ। ਸਾਰਾ ਹੀ ਪੜ੍ਹਦੇ ਕਰੋ। ਸੋ ਖੋਲੀ ਤਤਕਾਲ ਗਰੀ ਦਿਸ ਮੁਖ ਕਹਿਓ। ਤੇ ਗਲੀ ਦਿਸ ਮੁਖ ਕਰਿਓ। ਬਾਬਾ ਮੋਹਨ ਜੀਆਂ ਉਹ ਤਾਕੀ ਖੋਲ ਕੇ ਨਾ ਚੁਬਾਰਾ ਸਾਹਿਬ ਦੀ, ਜਿੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀਰਤਨ ਗਾ ਰਹੇ, ਉਧਰ ਵਾਲੇ ਪਾਸੇ ਮੁਖ ਕੀਤਾ ਵੇਖਿਆ। ਹੋ ਸ਼੍ਰੀ ਅਰਜਨ ਦਿਸ ਦੇਖ ਬਾਕ ਕੋ ਉਪਜਿਓ। ਤੇ ਜਦੋਂ ਫਿਰ ਵੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਵੱਲ, ਬਾਬਾ ਮੋਹਨ ਜੀ ਫਿਰ ਚੁਬਾਰੇ ਚੋਂ ਉੱਚੀ ਆਵਾਜ਼ ਵਿੱਚ ਬੋਲੇ ਆ, ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ। ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਨਾ ਬੋਲਣਗੇ ਤੁਹਾਨੂੰ ਗਿਆਨ ਨੂੰ ਕੁਝ, ਲੱਗ ਪਏ ਫਿਰ ਉੱਚੀ ਆਵਾਜ਼ ਵਿੱਚ ਕਹਿੰਦੇ, ਉਹ ਗੁਰੂ ਅਰਜਨ ਦੇਵ ਪਹਿਲਾਂ ਤਾਂ ਤੁਹਾਡੇ ਪਿਤਾ ਨੇ ਸਾਡੇ ਘਰ ਦੀ ਵਸਤੂ ਲੈ ਲਈ, ਗੁਰਤਾ ਗੱਦੀ ਲੈ ਗਏ ਹੋ। ਕੁਲ ਭੱਲਣ ਕੀ ਹੁਤੀ ਗੁਰਤਾ ਜਾਸ ਤੇ। ਜਿਸ ਗੁਰਿਆਈ ਤੋਂ ਸਾਡੇ ਸਾਰੇ ਭੱਲਿਆਂ ਕੁਲ ਦੀ, ਗੁਰੂ ਅਮਰਦਾਸ ਮਹਾਰਾਜ ਦੀ ਕੁਲ ਦੀ ਵਡਿਆਈ ਹੁੰਦੀ ਸੀ, ਜਿਸ ਗੁਰਤਾ ਕਰਕੇ ਪਹਿਲਾਂ ਤੁਹਾਡੇ ਬਾਪ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਸਾਡੇ ਘਰ ਤੋਂ ਗੁਰਿਆਈ ਲੈ ਗਏ ਸਨ। ਲੀਨਸ ਸੋਢੀ ਸੇਵ ਨਾ ਹਮ ਡਿਗ ਕੋ ਰਹੀ। ਹਾਂ, ਸੋਢੀਆਂ ਨੇ ਸੇਵਾ ਕਰਕੇ ਲੈ ਲਈ, ਨਾ ਹਮ ਢਿੱਗ ਰਹੀ। ਉਹ ਗੁਰਤਾ ਗੱਦੀ ਤੁਸਾਂ ਸਾਡੇ ਪਾਸ ਨਹੀਂ ਰਹਿਣ ਦਿੱਤੀ ਸੀ। ਹੋਤੇ ਤੀਨ ਤੁਮ ਭਰਾਤ ਨਾ ਸਮਤਾ ਬਲ ਰਹੀ। ਫਿਰ ਤੁਸੀਂ ਤਿੰਨ ਭਰਾ ਸੀ ਅੱਗੇ, ਬਾਬਾ ਪ੍ਰਿਥੀ ਚੰਦ, ਮਹਾਦੇਵ ਤੇ ਕਰਜਨ ਦੇਵ, ਤੁਸੀਂ ਤਿੰਨ ਭਰਾ ਸੀ। ਤੇ ਤੁਹਾਡੇ ਤਿੰਨਾਂ ਭਾਈਆਂ ਤੁਹਾਡੇ ਬਰਾਬਰ ਤੁਹਾਡੇ ਦੋ ਭਰਾਵਾਂ ਨੇ ਬਰਾਬਰੀ ਨਹੀਂ ਕੀਤੀ ਗੁਣਾਂ ਵਿੱਚ। ਪਿਤਾ ਗਏ ਬੈਕੁੰਠ ਬਿਰਦ ਉਠਾਇਓ। ਤੇ ਜਦੋਂ ਜਿਹੜਾ ਹੈ ਪਿਤਾ ਤੁਹਾਡੇ ਗਏ ਚਲੇ ਬੈਕੁੰਠ ਸੱਚਖੰਡ ਨੂੰ ਗੁਰੂ ਰਾਮਦਾਸ ਜੀ,
ਤੇ ਮਗਰੋਂ ਤਿਸ ਤਿੰਨਾਂ ਭਰਾਵਾਂ ਨੇ ਵਿਰੋਧ ਉਠਾਇਓ, ਆਪਸ ਵਿੱਚ ਬੜਾ ਝਗੜਾ ਕੀਤਾ ਮਚਾਇਆ ਸੀ। ਪਾਟਕ ਘਰ ਮਹਿ ਪਾਏ, ਜੋ ਕਪਟ ਕਮਾਇਓ। ਤੇ ਘਰ ਵਿੱਚ ਬੜਾ ਪਾਟਕ ਪਾ ਛੱਡਿਆ ਤੁਸੀਂ। ਕਿੰਨਾ ਸਮਾਂ ਤੁਹਾਡੇ ਘਰ ਵਿੱਚ ਕਲੇਸ਼ ਪਿਆ ਰਿਹਾ, ਆਪਸ ਵਿੱਚ ਲੜਦੇ ਰਹੇ ਤੁਸੀਂ, ਕਿੰਨਾ ਕਪਟ ਕਮਾਇਆ ਹੈ ਸੀ। ਭਰਾਤਾ ਹੁਤੋ ਵਿਸਾਲ, ਨਿਕਸਾਇਓ ਧਾਮ ਤੇ। ਨਿਕਾਸਿਓ, ਫਿਰ ਪਰਵਾਹ ਨਾ ਕੀਤੀ। ਬਾਬਾ ਮੋਹਨ ਜੀਆਂ ਬੋਲਣ ਲੱਗਿਆ, ਕਹਿੰਦਾ ਗੁਰੂ ਅਰਜਨ ਦੇਵ ਜੀ, ਭਰਾ ਤਾਂ ਤੁਹਾਡੇ ਪ੍ਰਿਥੀ ਚੰਦ ਵੱਡੇ ਐ, ਗੁਰਤਾ ਤਖਤ ਤੁਸੀਂ ਲੈ ਕੇ ਤੇ ਉਹਨਾਂ ਨੂੰ ਘਰੋਂ ਕੱਢ ਛੱਡਿਆ ਹੈ। ਹੋ ਬੈਠਿਓ ਗੁਰ ਬਨ ਆਪ, ਨਾ ਲੀਨਸ ਛਾਮ ਤੇ ਤੇ। ਆਪ ਗੁਰੂ ਬਣ ਕੇ ਬਹਿ ਗਏ ਤੇ ਵੱਡੇ ਭਰਾ ਦੀ ਸ਼ਾਮ ਨਾ ਤੱਕੀ, ਉਹਦੀ ਸੁਲਾਹ ਨਾ ਮੰਨੀ, ਵੀ ਉਹਦੇ ਨਾਲ ਮਿਲ ਕੇ ਨਹੀਂ ਰਹੇ, ਵੱਡੇ ਭਰਾ ਨੂੰ ਘਰੋਂ ਕੱਢ ਦਿੱਤਾ ਤੁਸਾਂ ਨੇ। ਲਾਜ ਨਾ ਧਾਰਿਓ ਆਪ, ਅਬੈ ਚਲ ਆਇਓ। ਤੇ ਲਾਜ ਫਿਰ ਸ਼ਰਮ ਨਹੀਂ ਕੀਤੀ ਤੁਸਾਂ ਨੇ, ਹੁਣ ਆਪ ਚੱਲ ਕੇ ਤੇ ਮੇਰੇ ਪਾਸ ਆ ਗਏ ਹੋ। ਸਭ ਗੁਰੂਆਂ ਕੇ ਸ਼ਬਦ ਲੈਨ ਹਿਤ ਧਾਇਓ। ਵੀ ਪਹਿਲਾਂ ਗੁਰਿਆਈ ਲੈ ਗਏ ਤੇ ਹੁਣ ਸਾਰੇ ਗੁਰੂਆਂ ਦੀ ਜਿਹੜੀ ਬਾਣੀ ਸਾਡੇ ਘਰ ਵਿੱਚ ਉਹ ਵੀ ਲੈਣ ਵਾਸਤੇ ਦੌੜੇ ਆਏ ਹੋ। ਅਪਰ ਯਤਨ ਕਰ ਰਹਿਓ, ਨਾ ਬਸ ਕੁਛ ਚੱਲਿਓ, ਹਾਂ ਹੋਰ ਬੜੇ ਯਤਨ ਕਰ ਰਹੇ। ਪਹਿਲਾਂ ਭਾਈ ਗੁਰਦਾਸ ਨੂੰ ਤੁਸਾਂ ਭੇਜਿਆ ਤੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ। ਜਦੋਂ ਕੋਈ ਵਸ ਨਾ ਚੱਲਿਆ ਤੇ ਤੁਸੀਂ ਆਪ ਹੀ ਆ ਗਏ ਹੋ। ਹੋ ਭੂਤਲ ਬੈਠੇ ਗਲੀਨ, ਪਖੰਡ ਬੇਸਾਲਿਓ। ਤੇ ਹੁਣ ਤੁਸੀਂ ਗਲੀ ਵਿੱਚ ਬਹਿ ਕੇ ਥੱਲੇ ਭੋਏ ਤੇ ਬੜਾ ਪਖੰਡ ਕਰ ਰਹੇ ਹੋ। ਨਿਰਗੁਣ ਬਹੀਨੋ ਲਾਜ, ਨਿਸੰਕ ਸਮਾਇਆ। ਤੇ ਨਿਰਗੁਣ ਗੁਣ ਤੁਹਾਡੇ ਵਿੱਚ ਕੋਈ ਨਹੀਂ, ਗੁਣਾਂ ਤੋਂ ਹੀਣੇ ਹੋ ਤੁਸੀਂ, ਕੋਈ ਗੁਣ ਨਹੀਂ ਤੁਹਾਡੇ ਵਿੱਚ। ਤੇ ਨਿਸ਼ੰਕ ਸਮਾਇਆ, ਤੇ ਨਾ ਹੀ ਤੁਹਾਡੇ ਰੱਤੀ ਮਾਤਰ ਵੀ ਸ਼ੰਕਾ ਹੈ ਵੀ ਸਾਨੂੰ ਪੋਥੀਆਂ ਮਿਲਣ ਕਿ ਨਾ ਮਿਲਣਗੀਆਂ। ਜਹਾਂ ਕਹਾਂ ਡੀਠ ਕਰਮ ਕਰੇ ਨਾ ਸਮਰਾਇਆ। ਸ਼ਰਮ ਆਇਆ, ਤੁਸੀਂ ਜਿੱਥੇ ਕਿਥੇ ਢੀਠਤਾਈ ਵਾਲੇ ਕਰੜੇ ਕਰਮ ਕੀਤੇ ਆ, ਕਦੇ ਸ਼ਰਮ ਨਹੀਂ ਮੰਨੀ ਹੈ। ਭੇਉ ਨਾ ਜਾਣਹ ਤੋਹੇ, ਠਗਤ ਹੈ ਜਗਤ ਕੋ। ਤੇ ਤੁਸੀਂ ਭੇਦ ਨਹੀਂ, ਤੁਹਾਡਾ ਭੇਦ ਨਹੀਂ ਗੁਰੂ ਅਰਜਨ ਦੇਵ ਜੀ ਕੋਈ ਪਾ ਸਕਦਾ, ਤੁਸੀਂ ਸਭ ਨੂੰ ਠੱਗਦੇ ਫਿਰਦੇ ਹੋ ਗੁਰੂ ਬਣ ਕੇ। ਹੋ ਸਦਾ ਦਿਖਾਏ ਅਧੀਨ, ਅਨਪੋ ਭਗਤ ਕੋ। ਆਪਣ ਪਾ ਭਗਤ ਕੋ, ਤੋ ਆਪਦੇ ਆਪ ਨੂੰ ਭਗਤ ਜਣਾਉਂਦੇ ਹੋ ਪਰਮੇਸ਼ਰ ਦਾ, ਤੇ ਸਾਨੂੰ ਇੱਥੇ ਗਲੀ 'ਚ ਬਹਿ ਕੇ ਭੋਏ ਤੇ ਕੀਰਤਨ ਕਰਕੇ ਤੇ ਬੜੇ ਆਏ ਨਮਾਣੇ ਅਧੀਨ ਸਾਡੇ ਤੇ ਨੀਵੇਂ ਹੋ ਕੇ ਵਿਖਾਉਂਦੇ ਹੋ। ਨਿੰਦਾ ਉਸਤਤ ਬਾਜ, ਬਚਨ ਮੋਹਨ ਕਹੇ। ਤੋ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਕਿ ਬਾਬਾ ਮੋਹਨ ਜੀਆਂ ਨੇ ਨਾ ਵਿਆਹ ਜਿਹੜੇ ਹੁੰਦੇ ਆ ਨਾ ਬਚਨ ਕਿ ਉਹ ਨਿੰਦਾ ਬਿਆਦ ਉਸਤਤੀ ਇੱਕ ਅਲੰਕਾਰ ਹੈ। ਇਹ ਸਾਧ ਸੰਗਤ ਜੀ ਦੇ ਵਿੱਚ ਕਵਿਤਾਵਾਂ ਵਿੱਚ ਉਹ ਨਿੰਦਾ ਬਿਆਦ ਉਸਤਤੀ ਹੁੰਦਾ ਹੈ, ਵੀ ਉਹ ਵੇਖਣ ਨੂੰ ਨਿੰਦਾ ਜਾਪਦੀ ਹੈ ਪਰ ਉਹਦੇ ਵਿੱਚ ਉਸਤਤੀ ਛੁਪੀ ਹੁੰਦੀ ਹੈ। ਇਸ ਕਰਕੇ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਬਾਬਾ ਮੋਹਨ ਜੀਆਂ ਕੀਤੀ ਉਸਤਤ ਹੈ। ਇੱਕ ਪੰਕਤੀ ਹੋਰ ਪੜ੍ਹਦੀ, ਬਾਬਾ ਮੋਹਨ ਜੀਆਂ ਕੀਤੀ ਉਸਤਤ ਹੈ, ਪਰ ਆਮ ਲੋਕਾਂ ਨੂੰ ਜਿਹੜੀ ਹੈ ਇਹ ਲੱਗਦੀ ਵੀ ਖਰੇ ਬਾਬਾ ਮੋਹਨ ਜੀਆਂ ਗੁਰੂ ਅਰਜਨ ਦੇ ਪਾਤਸ਼ਾਹ ਆਇਆਂ ਦੀ ਨਿੰਦਾ ਕੀਤੀ ਹੈ। ਗੁਰ ਅਰਜਨ ਹੀ ਜਾਨ, ਅਪਰ ਨਹ ਕਿਸ ਲਹੇ। ਤੇ ਇਹ ਗੱਲ ਗੁਰੂ ਅਰਜਨ ਦੇ ਪਾਤਸ਼ਾਹ ਹੀ ਜਾਣਦੇ ਸੀ ਸੁਣ ਕੇ ਵੀ ਸਾਡੀ ਉਸਤਤੀ ਕਰ ਰਹੇ ਸੀ, ਹੋਰ ਕਿਸੇ ਨੂੰ ਕੋਈ ਪਤਾ ਨਹੀਂ। ਸਿੱਖਾਂ ਨੂੰ ਇਉਂ ਲੱਗਿਆ ਵੀ ਬਾਬਾ ਮੋਹਨ ਜੀ ਸਿੱਧੇ ਹੀ ਹੋ ਤੁਰੇ ਆ, ਘਰੇ ਆਇਆਂ ਦੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਬੇਪਤੀ ਕਰਦੇ ਅੱਗੋਂ ਬੋਲਦੇ ਆ। ਇਸ ਕਰਕੇ ਸਾਧ ਸੰਗਤ ਜੀ ਇਹ ਕੀ ਹੈ, ਨਿੰਦਾ ਜਿਹੜੀ ਹੈ ਨਿੰਦਾ ਬਿਆਦ ਉਸਤਤੀ ਅਲੰਕਾਰ ਦੁਆਰਾ ਅਰਥ ਕੀ ਬਣਦੇ ਆ। ਉਹ ਇਸ ਤਰ੍ਹਾਂ ਹੈ ਕਿ ਜਦੋਂ ਬਾਬਾ ਮੋਹਨ ਜੀਆਂ ਤਾਕੀ ਖੋਲੀ ਤੇ ਫਿਰ ਆਖਿਆ, ਪ੍ਰਥਮ ਹਮਾਰੀ ਵਸਤ ਲਈ, ਪਹਿਲਾਂ ਤੁਸੀਂ ਸਾਡੀ ਵਸਤੂ ਲੈ ਲਈ, ਭਾਵ ਤੁਹਾਡੇ ਪਿਤਾ ਹੇ ਗੁਰੂ ਅਰਜਨ ਦੇਵ ਜੀ, ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਸਾਡੇ ਘਰ ਦੀ ਜਿਹੜੀ ਵਸਤੂ ਸੀ ਉਹ ਗੁਰਤਾ ਉਹ ਤੁਸਾਂ ਨੇ ਲੈ ਲਈ ਸੀ ਪਿਤ ਪਾਸ ਤੇ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਤੋਂ। ਕੁਲ ਭੱਲਨ ਕੀ ਹੁਤੀ, ਗੁਰਤਾ ਜਾਸ ਤੇ। ਜਿਸ ਗੁਰਿਆਈ ਕਰਕੇ ਸਾਡੇ ਕੁਲ ਦੀ ਬੜੀ ਜੈ ਜੈਕਾਰ ਸੀ ਚਾਰੇ ਪਾਸੇ ਹੀ। ਲੀਨਸ ਸੋਢੀ ਸੇਵ, ਨਾ ਹਮ ਡਿਗ ਸੋ ਰਹੀ। ਤੋ ਇਸ ਤਰ੍ਹਾਂ ਫਿਰ ਇਹਦਾ ਉਸਤਤੀ ਕੀ ਕਰਦੇ ਕਿ ਨਾ ਹਮ ਢਿੱਗ ਸੋ ਰਹੀ। ਬਾਬਾ ਮੋਹਨ ਜੀ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਨਾ ਹਮ ਢਿੱਗ ਸੋ ਰਹੀ, ਕਿ ਸਾਡੇ ਘਰ ਵਿੱਚ ਸੇਵਾ ਨਹੀਂ ਸੀ ਰਹਿ ਗਈ, ਇਸ ਕਰਕੇ ਲੀਨਸ ਸੋਢੀ ਸੇਵ, ਤੁਸੀਂ ਸੋਢੀਆਂ ਨੇ ਸੇਵਾ ਕਰਕੇ ਉਹ ਜਿਹੜਾ ਤਖਤ ਸੀ ਨਾ ਉਹ ਤੁਸਾਂ ਲੈ ਲਿਆ। ਨਾ ਹਮ ਢਿੱਗ ਸੋ ਰਹੀ, ਸਾਡੇ ਘਰ ਵਿੱਚ ਸੇਵਾ ਨਹੀਂ ਰਹਿ ਗਈ ਸੀ।
ਅਸਾਂ ਸੇਵਾ ਨਹੀਂ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਵਿੱਚ। ਤੁਸਾਂ ਟੋਕਰੀ ਢੋਈ, ਤੁਹਾਡੇ ਪਿਤਾ ਨੇ ਸੋਢੀਆਂ ਟੋਕਰੀ ਢੋ ਕੇ ਸੇਵਾ ਤੋਂ ਗੁਰਤਾ ਲੈ ਲਈ ਸੀ। ਹੋ ਹੁਤੇ ਤੀਨ ਤੁਮ ਭਰਾਤ ਨਾ ਸਮਤਾ ਮਨ ਲਹੀ। ਤੇ ਤੁਸੀਂ ਫਿਰ ਅੱਗੇ 3 ਭਰਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਾ ਸਮਤਾ ਮਨ ਲਹੀ, ਮਨ ਕਰਕੇ ਤੁਹਾਡੇ ਕਿਸੇ ਭਰਾ ਨੇ ਤੁਹਾਡੀ ਬਰਾਬਰੀ ਨਹੀਂ ਕੀਤੀ, ਕਿਉਂਕਿ ਤੁਸੀਂ ਗੁਣਾਂ ਵਿੱਚ ਸਾਰਿਆਂ ਤੋਂ ਉੱਚੇ ਸੀ। ਨਾ ਪ੍ਰਿਥੀ ਚੰਡ ਤੁਹਾਡੀ ਬਰਾਬਰੀ ਕਰ ਸਕਿਆ, ਨਾ ਬਾਬਾ ਮਹਾਦੇਵ ਤੁਹਾਡੀ ਬਰਾਬਰੀ ਕਰ ਸਕਿਆ। ਪਿਤਾ ਗਏ ਬੈਕੁੰਠ ਵਿਰੋਧ ਉਠਾਇਆ। ਜਦੋਂ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਸੱਚਖੰਡ ਗਏ, ਤੁਹਾਡੇ ਭਰਾਤਾ ਪ੍ਰਿਥੀ ਚੰਦ ਨੇ ਤੁਹਾਡੇ ਨਾਲ ਬੜਾ ਵਿਰੋਧ ਕੀਤਾ ਸੀ, ਪਰ ਤੁਸਾਂ ਇੱਕ ਵਾਰ ਵੀ ਉਹਨੂੰ ਮਾੜਾ ਨਹੀਂ ਬੋਲਿਆ। ਤੁਹਾਡੇ ਨਾਲ ਬੜਾ ਵਿਰੋਧ ਕੀਤਾ ਸੀ, ਤੋ ਬੜਾ ਝਗੜਾ ਵੀ ਘਰ ਵਿੱਚ ਕੀਤਾ ਸੀ। ਪਾਟਕ ਘਰ ਮਹਿ ਪਾਏ ਜੋ ਕਪਟ ਕਮਾਇਓ। ਅਸੀਂ ਸਭ ਜਾਣਦੇ ਹਾਂ ਘਰ ਵਿੱਚ ਬੜਾ ਪ੍ਰਿਥੀ ਚੰਦ ਨੇ ਪਾਟਕ ਪਾਇਆ, ਪਾੜ ਪਾਏ, ਮਹਾਦੇਵ ਨੂੰ ਆਪਦੇ ਨਾਲ ਗੰਢਿਆ। ਤੇ ਫਿਰ ਜੋ ਕਪਟ ਕਮਾਇਓ, ਤੁਹਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣਾ, ਕਿੱਡੇ ਵੱਡੇ ਵੱਡੇ ਕਪਟ ਕਮਾਏ ਗੁਰਤਾ ਵਾਸਤੇ। ਭਰਾਤਾ ਤੋ ਵਿਸਾਲ ਨਿਕਸਾਇਓ ਧਾਮ ਤੇ। ਨਿਕਾਸਿਓ ਧਾਮ ਤੇ। ਫਿਰ ਤੁਹਾਡਾ ਜਿਹੜਾ ਵੱਡਾ ਭਰਾਤਾ ਸੀ ਵਿਸਾਲ ਪ੍ਰਿਥੀ ਚੰਦ, ਉਹਨੇ ਨਿਕਾਸਿਓ ਧਾਮ ਤੇ ਤੁਹਾਨੂੰ ਸੁਲਹੀ ਦੇ ਡਰ ਦੇ ਨਾਲ ਧਾਮ ਤੇ ਕਹੀਏ ਵਡਾਲੀ ਨੂੰ ਕੱਢ ਛੱਡਿਆ ਸੀ। ਆਪਦੇ ਘਰ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਵੱਡੇ ਭਰਾਤਾ ਨੇ ਤੁਹਾਨੂੰ ਵਡਾਲੀ ਕੱਢ ਛੱਡਿਆ ਸੀ। ਹੋ ਬੈਠਿਓ ਗੁਰ ਬਨ ਆਪ ਨਾ ਲੀਨਸ ਛਾਮ ਤੇ। ਤੋ ਇਸ ਕਰਕੇ ਆਪ ਗੁਰੂ ਬਣ ਕੇ ਬਹਿਣਾ ਚਾਹੁੰਦਾ ਸੀਗਾ ਪ੍ਰਿਥੀ ਚੰਦ। ਨਹੀਂ, ਸ਼ਾਮ ਸੁਲਹ ਨਹੀਂ ਸੀ, ਗੁਰੂ ਰਾਮਦਾਸ ਮਹਾਰਾਜ ਦੀ ਦਇਆ ਨਹੀਂ ਸੀ ਉਸ ਉੱਪਰ, ਆਪ ਗੁਰੂ ਬਣ ਕੇ ਬਹਿਣਾ ਚਾਹੁੰਦਾ ਸੀ। ਲਾਜ ਨਾ ਧਾਰਿਓ ਆਪ ਅਬੈ ਚਲਵਾਇਓ। ਪਰ ਧੰਨ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ, ਤੁਸਾਂ ਜਰੀ ਮਾਤਰ ਲੱਜਾ ਨਹੀਂ ਕੀਤੀ ਵੀ ਇਹ ਤਾਂ ਸੇਵਕਾਂ ਦੇ ਕਰਨ ਵਾਲਾ ਕੰਮ ਹੈ। ਭੋਏ ਤੇ ਬਹਿ ਕੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਇੰਨੀ ਨਿਮਰਤਾ ਧਾਰੀ, ਤੁਸਾਂ ਲਾਜ ਤੱਕ ਨਾ ਕੀਤੀ, ਹੇਠਾਂ ਬਹਿਣ ਲੱਗਿਆ। ਇੰਨਾ ਪ੍ਰੇਮ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ। ਅਬੈ ਚੱਲ ਆਇਓ, ਤੁਸੀਂ ਆਪ ਚੱਲ ਕੇ ਨੰਗੇ ਪੈਰੀ ਪੋਥੀਆਂ ਲੈਣ ਆਏ ਹੋ। ਸਭ ਗੁਰੂਆਂ ਕੇ ਸ਼ਬਦ ਲੈਣ ਹਿਤ ਧਾਇਓ। ਜਦੋਂ ਤੁਹਾਨੂੰ ਪਤਾ ਲੱਗਾ ਵੀ ਸਾਡੇ 2 ਸਿੱਖਾਂ ਨੂੰ ਨਹੀਂ ਗੁਰਬਾਣੀ ਦੀਆਂ ਪੋਥੀਆਂ ਮਿਲੀਆਂ, ਤੁਸੀਂ ਸਾਰੇ ਗੁਰੂਆਂ ਦੀ ਬਾਣੀ ਲੈਣ ਵਾਸਤੇ ਨੰਗੇ ਪੈਰੀਂ ਦੌੜਦੇ ਆਏ ਹੋ। ਅਪਰ ਯਤਨ ਕਰ ਰਹਿਓ ਨਾ ਬਸ ਕੁਛ ਚਾਲਿਓ। ਬੜੇ ਯਤਨ ਕਰਦੇ ਰਹੇ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਵਰਗੇ, ਉਹਨਾਂ ਦਾ ਭਾਵੇਂ ਕੋਈ ਵਸ ਨਹੀਂ ਚੱਲਿਆ, ਅਸਾਂ ਪੋਥੀਆਂ ਨਹੀਂ ਦਿੱਤੀਆਂ ਸਨ। ਹੋ ਭੂਤਲ ਬੈਠ ਗਲੀਨ ਪਖੰਡ ਵਿਸਾਲਿਓ। ਤੋ ਤੁਸੀਂ ਧਰਤੀ ਦੇ ਉੱਪਰ ਬੈਠ ਕੇ ਇੱਥੇ ਕੀਰਤਨ ਕਰਦੇ ਹੋ, ਪਰਮੇਸ਼ਰ ਦੀ ਉਸਤਤੀ ਗਾਉਂਦੇ, ਇੰਨੀ ਨਿਮਰਤਾ ਰੱਖੀ। ਤੋ ਸਾਧ ਸੰਗਤ ਜੀ, ਖੰਡ ਨਾਮ ਖਾਲਸਾ ਜੀ ਟੋਟੇ ਹੋਣ ਦਾ ਹੈ। ਤੋ ਉਹ ਜਿਹੜਾ ਵਿਸਾਲਿਓ ਵੱਡਾ ਹੈ, ਪਖੰਡ ਨਾਮ ਅਡੰਬਰ ਦਾ ਹੈ। ਅਡੰਬਰ ਕੀ ਖਾਲਸਾ ਜੀ? ਸੰਸਾਰ ਇੱਕ ਪਖੰਡ ਹੈ, ਅਡੰਬਰ ਹੈ। ਤੋ ਅਡੰਬਰ ਜਿਹੜਾ ਪਰਪੰਚ ਝੂਠਾ ਇਹ ਸੰਸਾਰ ਹੈ, ਇਸ ਝੂਠੇ ਸੰਸਾਰ ਵਿੱਚ ਸਾਰਿਆਂ ਤੋਂ ਵਿਸਾਲਿਓ ਵੱਡੇ ਤੁਸੀਂ ਹੋ, ਤੁਸੀਂ ਸਾਰਿਆਂ ਤੋਂ ਵੱਡੇ ਹੋ। ਪਖੰਡ ਕਹੀਏ ਝੂਠੇ ਸੰਸਾਰ ਦੇ ਵਿੱਚ ਵਿਸਾਲਿਓ ਸਾਰਿਆਂ ਤੋਂ ਵੱਡੇ ਹੋਣ ਦੇ ਬਾਵਜੂਦ ਵੀ ਭੂਤਲ ਬੈਠ ਗਲੀਨ, ਧਰਤੀ ਦੇ ਵਿੱਚ ਥੱਲੇ ਬੈਠ ਕੇ ਕੀਰਤਨ ਕਰ ਰਹੇ ਹੋ। ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ। ਤੁਸੀਂ ਨਿਰਗੁਣ ਹੋ, ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਨਿਰਰਹਿਤ ਹੋ, ਤੇ ਲਾਜ ਦੇ ਜਹਾਜ਼ ਹੋ ਆਪ ਜੀ ਮਹਾਰਾਜ। ਨਿਸ਼ੰਕ ਸਮਾਇਆ, ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਇਹੋ ਜਿਹੇ ਕਾਰਜ ਸ਼ੰਕਾ ਨਹੀਂ ਕਰਦੇ, ਤੇ ਸਮਾਇਆ ਸਹਿਤ ਮਾਇਆ ਦੇ ਹੋ, ਭਾਵ ਈਸ਼ਰ ਸਰੂਪ ਹੋ, ਮਾਇਆ ਸਬਲ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੀ ਮਾਇਆ ਸੰਸਾਰ ਦੀ ਤੁਹਾਡੇ ਚਰਨਾਂ ਦੀ ਦਾਸੀ ਹੈ। ਜਹਾਂ ਕਹਾਂ ਢੀਠ ਕਰਮ ਕਰੇ ਨਾ ਸਮਰਾਇਆ। ਤੇ ਤੁਸੀਂ ਢੀਠਤਾਈ ਵਾਲਾ ਕੰਮ, ਭਾਵ ਦ੍ਰਿੜਤਾ ਵਾਲਾ ਕੰਮ ਕੀਤਾ। ਉਹ ਕੀ? ਅਸੀਂ ਪੋਥੀਆਂ ਦੇਣ ਤੋਂ ਨਾ ਕਰ ਦਿੱਤੀ, ਦਰਵਾਜ਼ਾ ਨਾ ਖੋਲਿਆ ਤੁਹਾਡੇ 2 ਸਿੱਖ ਭੇਜਣ ਤੇ, ਪਰ ਤੁਸੀਂ ਸ਼ਰਮ ਨਹੀਂ ਕੀਤੀ। ਭੋਏ ਤੇ ਬਹਿ ਕਰਕੇ ਪੋਥੀਆਂ ਲੈਣ ਵਾਸਤੇ, ਗੁਰੂ ਕੀ ਬਾਣੀ ਲੈਣ ਵਾਸਤੇ ਇੰਨੀ ਨਿਮਰਤਾ ਵਿਖਾ ਰਹੇ ਹੋ। ਨਿਮਰਤਾ ਵਿਖਾਉਂਦੇ ਹੋਏ ਤੁਸੀਂ ਸ਼ਰਮ ਨਹੀਂ ਕੀਤੀ ਹੈ। ਪਿਓ ਨਾ ਜਾਣਹਿ ਤੋਹੇ ਨਗਤ ਹੈ ਜਗਤ ਕੋ। ਠਗਤ ਹੋ ਮਹਾਰਾਜ, ਤੁਹਾਡਾ ਭੇਦ ਕੋਈ ਨਹੀਂ ਜਾਣ ਸਕਦਾ, ਕਿਉਂਕਿ ਆਪ ਜੀ ਪਰਮੇਸ਼ਰ ਹੋ। ਠਗਤ ਹੋ ਜਗਤ ਕੋ, ਮਹਾਰਾਜ ਆਪ ਸਾਰੇ ਸੰਸਾਰ ਦੇ ਪਰਮੇਸ਼ਰ ਹੋ। ਜਿਵੇਂ ਪਰਮੇਸ਼ਰ ਨੂੰ ਸੰਸਾਰ ਨੇ ਠੱਗਿਆ ਹੋਇਆ, ਮੌਤ ਦੀ ਬਾਜੀ ਪਾ ਕੇ, ਜਾਂ ਜਿਹੜੀ ਸੰਸਾਰ ਦੀ ਆ ਮਾਇਆ ਦੀ ਬਾਜੀ ਪਾ ਕੇ ਸੰਸਾਰ ਨੂੰ ਠੱਗਿਆ,
ਮਹਾਰਾਜ ਆਪ ਵੱਡੇ ਠੱਗ ਭਾਵ ਪਰਮੇਸ਼ਰ ਹੋ, ਜਿਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਮਾਇਆ ਸਹਿਤ। ਹੋ ਸਦਾ ਦਿਖਾਏ ਅਧੀਨ ਆਪਨ ਪੋ ਭਗਤ ਤੋ ਕੋ। ਆਪਦੇ ਆਪ ਨੂੰ ਭਗਤ ਤੁਸੀਂ ਦਰਸਾਇਆ, ਸਿੱਖਾਂ ਵਾਸਤੇ ਪੂਰਨੇ ਪਾਏ ਐ, ਸਦਾ ਆਪਦੇ ਆਪ ਨੂੰ ਭਗਤਾਂ ਦੇ ਅਧੀਨ ਵਿਖਾਇਆ ਹੈ। ਅੱਜ ਸਾਡੇ ਸਾਹਮਣੇ ਬੈਠ ਕਰਕੇ ਭੋਏ ਤੇ ਕੀਰਤਨ ਗਾਉਂਦੇ ਹੋ ਪਰਮੇਸ਼ਰ ਦੀ ਬਾਣੀ, ਤੁਸੀਂ ਅੱਜ ਸਿੱਧ ਕਰ ਦਿੱਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਗਤਾਂ ਦੇ ਵਸ। ਅਸੀਂ ਆਰਾਧਦੇ ਸਾਂ ਪਰਮੇਸ਼ਰ ਨੂੰ, ਤੇ ਪਰਮੇਸ਼ਰ ਅੱਜ ਬਹਿ ਕੇ ਸਾਡੇ ਦਰਵਾਜ਼ੇ ਤੇ ਕੀਰਤਨ ਗਾਉਂਦਾ। ਇਹ ਗੱਲ ਸਿੱਧ ਹੋ ਗਈ ਵੀ ਮਹਾਰਾਜ ਆਪ ਜੀ ਪਰਮੇਸ਼ਰ ਸਰੂਪ ਭਗਤਾਂ ਦੇ ਵਸ ਹੋ। ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੇ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ ਨਿੰਦਾ ਬਿਆਜ ਸਤੁਤੀ ਅਲੰਕਾਰ ਦੁਆਰਾ ਬਾਬਾ ਮੋਹਨ ਜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਕੀਤੀ ਇਹਨਾਂ ਗੱਲਾਂ ਵਿੱਚ। ਗੁਰ ਅਰਜਨ ਹੀ ਜਾਨ ਅਪਰ ਨਹਿ ਕਿਸ ਲਹੇ। ਤੇ ਇਹ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਜਾਣਦੇ ਵੀ ਬਾਬਾ ਮੋਹਨ ਜੀ ਉਸਤਤੀ ਕਰ ਰਹੇ ਹੈ, ਹੋਰ ਕਿਸੇ ਨੂੰ ਪਤਾ ਨਹੀਂ ਲੱਗਿਆ। ਸਭ ਜਾਣਦੇ ਵੀ ਖਰੇ ਬਾਬਾ ਮੋਹਨ ਜੀ ਜਿਹੜੇ ਵਾ ਉਹ ਅਪਸ਼ਬਦ ਬੋਲ ਰਹੇ ਆ। ਬਾਕੀ ਖਾਲਸਾ ਜੀ ਜਿਹੜਾ ਹੈ ਇਸੇ ਹੀ ਅਧਿਆਇ ਦੇ ਜਾਂ ਅੱਗੇ 35 ਅੰਸੂ ਵਿੱਚ ਤੇ 34 ਜਿਹੜੀ ਤੁਕ ਹੈ ਅੰਕ, ਉਹਦੇ ਵਿੱਚ ਬਾਬਾ ਮੋਹਨ ਜੀ ਅੱਗੇ ਕਥਾ ਆ ਜਾਵੇਗੀ। ਬਾਬਾ ਮੋਹਨ ਜੀ ਆਖ ਦਿੱਤਾ ਸੀ ਮਹਾਰਾਜ, ਉਹ ਜਿਹੜੇ ਬਚਨ ਅਸੀਂ ਬੋਲੇ ਤੁਹਾਡੀ ਪਰਖ ਲੈਣ ਵਾਸਤੇ ਬੋਲਦੇ ਸਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਨਿਮਰਤਾ ਵੀ ਹੈ ਕਿ ਗਈ ਨਿਮਰਤਾ। ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦਾਤੂ ਨੇ ਲੱਤ ਮਾਰੀ ਸੀ, ਸਾਡੇ ਬਾਪ ਨੇ ਉਹਨਾਂ ਦੇ ਚਰਨ ਫੜ ਲਏ ਸਨ ਵੀ ਕਿਤੇ ਤੁਹਾਡੇ ਸਾਡੇ ਬੁੱਢੇ ਸਰੀਰ ਕਰਕੇ ਚਰਨਾਂ ਨੂੰ ਕੋਈ ਚੋਟ ਤਾਂ ਨਹੀਂ ਪਹੁੰਚੀ, ਲਓ ਅਸੀਂ ਮਲਮ ਪੱਟੀ ਕਰ ਦਈਏ। ਅਸੀਂ ਵੇਖਣਾ ਚਾਹੁੰਦੇ ਸੀ ਵੀ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਪਾਸੋਂ ਇਹੋ ਜਿਹਾ ਦੁੱਖ ਸਹਿ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਨਿਮਰਤਾ ਹੈ ਕਿ ਗਈ ਕਿਸੇ ਪਾਸੇ ਨੂੰ ਤੁਹਾਡੇ ਸੋਢੀਆਂ ਚੋਂ। ਇਹ ਬਾਬਾ ਮੋਹਨ ਜੀ ਅੱਗੇ ਜਾ ਕੇ ਦੱਸਣਗੇ ਵੀ ਅਸੀਂ ਤੁਹਾਡੀ ਪਰਖ ਕਰਦੇ ਸੀ ਮਹਾਰਾਜ, ਪਰ ਜਾਣਿਆ ਵੀ ਜਿਹੜਾ ਸਰੂਪ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਸਨ, ਧੰਨ ਗੁਰੂ ਰਾਮਦਾਸ ਵੀ ਉਹੀ ਸਰੂਪ ਸਨ। ਮਹਾਰਾਜ ਉਹੀ ਗੁਰੂ ਰਾਮਦਾਸ ਮਹਾਰਾਜ ਪੰਜਵੇਂ ਥਾਂ ਗੁਰੂ ਨਾਨਕ ਪਾਤਸ਼ਾਹ ਆਪ ਹੋ। ਇਸ ਤਰ੍ਹਾਂ ਬਾਬਾ ਮੋਹਨ ਜੀ ਨੇ ਆਖਿਆ ਹੈ। ਸੁਨਤ ਤੰਬੂਰਾ ਹਾਥ ਬੋਹਰ ਗਾਵਨ ਕਰਿਓ। ਤੇ ਇਧਰ ਮਹਾਰਾਜ ਫਿਰ ਨਿਮਰਤਾ ਵਿਖਾਉਂਦੇ ਆ। ਜੇ ਐਵੇਂ ਮੰਨ ਲਈਏ ਬਾਬਾ ਮੋਹਨ ਜੀਆਂ ਬਚਨ ਬੋਲੇ ਕਰੜੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਫਿਰ ਹੱਥ ਵਿੱਚ ਤੰਬੂਰਾ ਜਾਂ ਉਹ ਸਰੰਦਾ ਲੈ ਕਰਕੇ ਫਿਰ ਸ਼ਬਦ ਗਾਉਣ ਲੱਗ ਪਏ ਆ। ਹੋ ਜਿਸ ਮੈਂ ਕੀਰਤ ਦੇਹ ਸਰਵਨ ਮੈਂ ਰਵ ਪਰਿਓ। ਤੇ ਗਰੀਬ ਨਵਾਜ ਨੇ ਫਿਰ ਖਾਲਸਾ ਦੀ ਸ਼ਬਦ ਉਚਾਰਿਆ, ਜਿਹੜਾ ਸ਼ਬਦ ਬਾਬਾ ਮੋਹਨ ਜੀ ਦੇ ਕੰਨੀ ਪਿਆ ਤੇ ਰਿਦਾ ਪਿੰਗਲ ਗਿਆ ਹੈ। ਸ੍ਰੀ ਮੁਖ ਵਾਕ ਮੋਹਨ ਤੇਰੇ ਬਚਨ ਅਨੂਪ। ਹੁਣ ਬਾਬਾ ਮੋਹਨ ਜੀ ਨੇ ਬਚਨ ਕਹੇ ਜਿਹੜੇ ਹੈ ਤਾਂ ਦੂਜਿਆਂ ਨੂੰ ਤਾਂ ਕਰੜੇ ਲੱਗਦੇ ਆ। ਜੇ ਮੰਨ ਵੀ ਲਈਏ ਬਾਬਾ ਮੋਹਨ ਜੀਆਂ ਨੇ ਥੋੜੇ ਜਿਹੇ ਕਰੜੇ ਬਚਨ ਬੋਲੇ ਗੁਰੂ ਅਰਜਨ ਮਹਾਰਾਜ ਨੂੰ, ਤੇ ਮਹਾਰਾਜ ਕਹਿੰਦੇ ਮੋਹਨ ਤੇਰੇ ਬਚਨ ਅਨੂਪ। ਮਹਾਰਾਜ ਕਹਿੰਦੇ ਤੇਰੇ ਬੜੇ ਸੁੰਦਰ ਬਚਨ ਬਾਬਾ ਮੋਹਨ ਜੀ, ਤੁਹਾਡੇ ਬਚਨ ਸਾਡੇ ਮਨ ਨੂੰ ਬੜੇ ਭਾਏ ਐ, ਬੜੇ ਸੁੰਦਰ ਬਚਨ ਕੀਤੇ ਐ। ਚਾਲ ਨਿਰਾਲੀ ਤੁਹਾਡੀ ਚਾਲ ਜਿਹੜੀ ਵਾ ਗੁਰਮੁਖਾਂ ਵਾਲੀ, ਭਗਤਾਂ ਵਾਲੀ, ਭਗਤਾਂ ਕੀ ਚਾਲ ਨਿਰਾਲੀ। ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਕਸਵੱਟੀ ਤੇ ਪੂਰੇ ਹੋ, ਤੁਹਾਡੀ ਨਿਰਾਲੀ ਵੱਖਰੀ ਸਭ ਤੋਂ ਚਾਲ ਹੈ। ਮੋਹਨ ਤੂੰ ਮਾਨਹਿ ਏਕ ਜੀ। ਹੇ ਬਾਬਾ ਮੋਹਨ ਜੀ, ਤੁਸੀਂ ਇੱਕੋ ਇੱਕ ਪਰਮੇਸ਼ਰ ਨੂੰ ਹੀ ਜੀ ਕਈ ਹਿਰਦੇ ਵਿੱਚ ਮੰਨਦੇ ਹੋ, ਹੋਰ ਕਿਸੇ ਦੀ ਕਨੌੜ ਨਹੀਂ ਜਾਣਦੇ ਹੋ, ਅਵਰ ਸਭ ਰਾਲੀ ਤੇ ਹੋਰ ਸਭ ਨੂੰ ਚਰਨਾਂ ਦੀ ਧੂੜ ਸਮਝਦੇ ਹੋ। ਮਾਨਹਿ ਤਾ ਏਕ ਅਲੇਕ ਠਾਕੁਰ। ਹਾਂ, ਮੰਨਦੇ ਹੋ ਇੱਕੋ ਇੱਕ ਪਰਮੇਸ਼ਰ ਨੂੰ ਜਿਹੜਾ ਠਾਕੁਰ ਸੰਸਾਰ ਨੂੰ ਠਾਕ ਕੇ ਰੱਖਣ ਵਾਲਾ ਹੈ ਤੇ ਲੇਖਾਂ ਜੋਖਿਆਂ ਤੋਂ ਪਰੇ ਹੈ। ਜਿਨ ਹੈ ਸਭ ਕਲ ਧਾਰੀਆ। ਜਿਸ ਪਰਮੇਸ਼ਰ ਨੇ ਕਲਯੁਗ ਵਿੱਚ ਸਾਰੀ ਸ਼ਕਤੀ ਧਾਰ ਕੇ ਜਾਂ ਸੰਸਾਰ ਦੇ ਵਿੱਚ ਸਾਰੀ ਚੇਤਨ ਸੱਤਾ ਰੂਪ ਕਲ ਧਾਰੀ ਹੈ। ਤੁਧ ਬਚਨ ਗੁਰ ਕੈ ਵਸ ਕੀਆ। ਹਾਂ, ਤੁਸੀਂ ਬਾਬਾ ਮੋਹਨ ਜੀ ਆਪਣੇ ਬਚਨਾਂ ਦੁਆਰਾ ਗੁਰੂ ਪਰਮੇਸ਼ਰ ਨੂੰ ਵਸ ਕੀਤਾ ਹੋਇਆ ਹੈ। ਆਦ ਪੁਰਖ ਬਨਵਾਰੀਆ। ਉਹ ਜਿਹੜਾ ਸਾਰੇ ਸੰਸਾਰ ਦਾ ਆਦ ਮੁੱਢ ਪਰਮੇਸ਼ਰ ਪੁਰਾਂ ਵਿੱਚ ਖੈ ਵਿਆਪਕ ਜਾਂ ਭੁ ਨਰਕਾਂ ਤੋਂ ਰੱਖਿਆ ਕਰਨ ਵਾਲਾ ਸੰਸਾਰ ਰੂਪੀ ਬਣਦਾ ਵਾਰੀਆ ਕਹੀਏ ਮਾਲੀ ਹੈ। ਉਹਨਾਂ ਨੂੰ ਤੁਸਾਂ ਨੇ ਬਚਨਾਂ ਦੇ ਦੁਆਰਾ ਵਸ ਕੀਤਾ, ਮਿੱਠੀ ਬੋਲੀ ਨਾਲ ਵਸ ਕੀਤਾ ਹੈ। ਤੂੰ ਆਪ ਚੱਲਿਆ ਆਪ ਰਹਿਆ। ਹੇ ਗੁਰੂ ਬਾਬਾ ਮੋਹਨ ਜੀ, ਗੁਰੂ ਅਮਰਦਾਸ ਮਹਾਰਾਜ ਬ੍ਰਹਮ ਰੂਪ ਸਨ, ਤੁਸੀਂ ਵੀ ਬ੍ਰਹਮ ਰੂਪ। ਇੱਕ ਗੁਰੂ ਅਮਰਦਾਸ ਮਹਾਰਾਜ ਜੀ ਚਲੇ ਗਏ ਸੰਸਾਰ ਤੋਂ, ਦੂਜਾ ਬਾਬਾ ਮੋਹਨ ਜੀ ਬ੍ਰਹਮ ਰੂਪ ਆਪ ਰਹੇ ਆ।
ਇਸ ਸੰਸਾਰ ਤੇ ਰਹਿ ਗਏ ਹਨ। ਆਪ ਸਭ ਕਲ ਧਾਰੀਆ। ਤੇ ਤੁਸਾਂ ਆਪ ਹੀ ਪਰਮੇਸ਼ਰ ਰੂਪ ਹੋ ਕਰਕੇ, ਨਿਰਗੁਣ ਸਰੂਪ ਹੋ ਕਰਕੇ ਸਾਰੀ ਸੰਸਾਰ ਨੂੰ ਧਾਰਿਆ ਹੋਇਆ, ਸ਼ਕਤੀ ਧਾਰ ਕੇ ਰੱਖੀ ਹੈ। ਬਿਨਵੰਤ ਨਾਨਕ ਪੈਜ ਰੱਖ। ਸਾਡੀ ਬੇਨਤੀ ਹੈ ਬਾਬਾ ਮੋਹਨ ਜੀ, ਸਾਡੀ ਆਇਆਂ ਦੀ ਲਾਜ ਰੱਖੋ, ਪੈਜ ਰੱਖੋ ਜੀ। ਸਭ ਸੇਵਕ ਸਰਨ ਤੁਮਾਰੀਆ। ਸਾਡੇ ਨਾਲ ਜਿੰਨੇ ਸਿੱਖ ਸੰਗਤਾਂ ਆਈਆਂ, ਅਸੀਂ ਵੀ ਤੁਹਾਡੇ ਸੇਵਕ ਹਾਂ, ਤਾਂ ਅਸੀਂ ਸਾਰੇ ਤੇ ਸੰਗਤਾਂ ਸਮੇਤ ਤੁਹਾਡੇ ਸੇਵਕ ਹਾਂ। ਚੌਪਈ ਏਮ ਸੁਨ ਕਰ ਜਸ ਆਪਨ ਕੇਰਾ। ਤੇ ਬਾਬਾ ਮੋਹਨ ਜੀਆਂ ਨੇ ਜਦੋਂ ਗੁਰੂ ਅਰਜਨ ਪਾਤਸ਼ਾਹ ਤੋਂ ਫਿਰ ਦੂਜੀ ਵਾਰੀ ਆਪਦੀ ਵਡਿਆਈ ਸੁਣੀ ਹੈ, ਭਇਓ ਪ੍ਰਸੰਨ ਕਿਰਪਾਲ ਕਨੇਰਾ। ਤੇ ਬਾਬਾ ਮੋਹਨ ਜੀ ਬੜੇ ਖੁਸ਼ ਹੋਏ ਵੀ ਅਸੀਂ ਤਾਂ ਅੱਗੋਂ ਇਸ ਤਰ੍ਹਾਂ ਬੋਲਦੇ ਆਂ, ਤੇ ਕਹਿੰਦੇ ਮੋਹਨ ਤੇਰੇ ਬਚਨ ਅਨੂਪ, ਤੁਹਾਡੇ ਬਚਨ ਬਹੁਤ ਸੁੰਦਰ ਹੈ। ਤੋ ਜਾਣ ਕੇ ਸਾਰੀ ਗੱਲਬਾਤ ਵੀ ਨਿਮਰਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਨਹੀਂ ਖਤਮ ਹੋ ਸਕਦੀ, ਸੋਢੀਆਂ ਨੇ ਵੀ ਸਾਂਭ ਕੇ ਰੱਖੀ ਹੈ। ਤੋ ਭਇਓ ਪ੍ਰਸੰਨ, ਬੜੇ ਖੁਸ਼ ਹੋਏ, ਬੜੇ ਕਿਰਪਾਲੂ ਹੋਏ, ਕਿਰਪਾ ਕੀਤੀ। ਮਨ ਮਹਿ ਲਾਗ ਵਿਚਾਰਨ ਮੋਹਨ। ਤੇ ਮਨ ਦੇ ਵਿੱਚ ਨਾ ਬਾਬਾ ਮੋਹਨ ਜੀ ਇਹ ਵਿਚਾਰ ਕਰਨ ਲੱਗੇ ਆ ਚਤਰ ਗੁਰੂ ਮੂਰਤ ਇਹ ਸੋਹਨ। ਵੀ ਇਹ ਸਾਡੇ ਹੈ ਤਾਂ ਭਣੇਵੇਂ ਗੁਰੂ ਅਰਜਨ ਦੇਵ ਮਹਾਰਾਜ, ਪਰ ਇਹ ਚਾਰ ਪਾਤਸ਼ਾਹੀਆਂ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਚਾਰ ਪਾਤਸ਼ਾਹੀ ਪੰਜਵੇਂ ਥਾਂ। ਹੁਣ ਭਾਵ ਇਹਨਾਂ ਦੇ ਵਿੱਚੋਂ ਚਾਰੇ ਪਾਤਸ਼ਾਹੀਆਂ ਦੇ ਅੱਜ ਦਰਸ਼ਨ ਹੋ ਰਹੇ, ਸ਼ੋਭਦੇ ਆ। ਕ੍ਰੋਧ ਈਰਖਾ ਆਦ ਬੇਕਾਰਾ। ਕਿਸੇ ਗੱਲ ਦਾ ਕ੍ਰੋਧ ਕਰਨਾ, ਗੁੱਸਾ, ਈਰਖਾ ਕਰਨੀ ਕਿਸੇ ਨਾਲ, ਇਸ ਤੋਂ ਬਾਅਦ ਜਿਹੜੇ ਵਿਸ਼ੇ ਵਿਕਾਰ ਹਨ, ਇਨ ਮਹਿ ਕੋ ਨਹਿ ਪਰੈ ਨਿਹਾਰਾ। ਇਹਨਾਂ ਦੇ ਵਿੱਚ ਇੱਕ ਵੀ ਔਗਣ ਨਹੀਂ ਦਿਸਦਾ ਪੈਂਦਾ ਵੀ ਅਸੀਂ ਐਡੇ ਕਰੜੇ ਬਚਨ ਬੋਲੇ, ਇਹ ਫਿਰ ਵੀ ਸਿਫਤ ਗਾਉਂਦੇ। ਇੰਨਾ ਧੀਰਜ ਇਹਨਾਂ ਦੇ ਵਿੱਚ ਵੇਖ ਕੇ ਬਾਬਾ ਮੋਹਨ ਜੀ ਵੀ ਹੈਰਾਨ ਹੁੰਦੇ, ਖੁਸ਼ ਹੁੰਦੇ ਆ। ਕਰੇ ਛਛਰਤਾ ਸੋ ਪਛਤਾਵਹਿ। ਤੇ ਵਿਚਾਰਦੇ ਵੀ ਜਿਹੜਾ ਇਸ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨਾਲ ਸ਼ਤਰਤਾ, ਦੁਸ਼ਮਣੀ ਕਰੇਗਾ, ਉਹ ਪਛਤਾਵਾ ਹੀ ਕਰੇਗਾ, ਉਹਦੇ ਪੱਲੇ ਕੱਖ ਨਹੀਂ ਰਹੇਗਾ। ਤੇ ਵਹਿ ਪ੍ਰੀਤ ਸਕਲ ਸੁਖ ਪਾਵਹਿ। ਤੇ ਜਿਹੜਾ ਸੇਵਾ ਹੈ, ਇਹਨਾਂ ਦੀ ਸੇਵਾ ਕਰੇਗਾ ਪ੍ਰੀਤੀ ਦੇ ਨਾਲ, ਉਹ ਸਾਰੇ ਸੁਖ ਪ੍ਰਾਪਤ ਕਰੇਗਾ। ਭਾਵ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਈਰਖਾ ਕਰਨ ਵਾਲੇ ਦਾ ਕੱਖ ਰਹੇਗਾ ਨਹੀਂ, ਤੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਸੇਵਾ ਕਰਨ ਵਾਲੇ ਦੇ ਘਰ ਭਰ ਜਾਣਗੇ, ਸੁਖ ਮਾਣੇਗਾ ਸੰਸਾਰ ਤੇ। ਕੰਟਕ ਬਾਕ ਸੁਨ ਕੈ ਅਬ ਮੇਰੇ। ਤੇ ਵਿਚਾਰਦੇ ਬਾਬਾ ਜੀ ਵੀ ਮੇਰੇ ਐਡੇ ਕਰੜੇ ਭੈੜੇ ਬਚਨ ਸੁਣ ਕਰਕੇ ਰਹੇ ਅਸੋਭ ਸਿੱਧ ਸਭ ਹੇਰੇ। ਮੈਂ ਵੇਖਿਆ ਵੀ ਤਾਂ ਸਮੁੰਦਰ ਵਾਂਗੂ ਅਸ਼ੋਭ ਹੀ ਰਹੇ, ਵੀ ਸਮੁੰਦਰ ਨੂੰ ਚਾਹੇ ਕੋ ਹੁਣ ਧੁੱਪ ਨਾਲ ਗਰਮ ਨਹੀਂ ਹੋ ਜਾਂਦਾ, ਠੰਡ ਨਾਲ ਠਰ ਨਹੀਂ ਜਾਂਦਾ, ਐਨ ਸ਼ਾਂਤ ਰਹਿੰਦਾ। ਇਹਨਾਂ ਦਾ ਹਿਰਦਾ ਸਮੁੰਦਰ ਵਰਗਾ ਵਿਸ਼ਾਲ ਹੈ। ਅਸੀਂ ਐਡੇ ਕੌੜੇ ਬਚਨ ਕਹੇ, ਪਰ ਅਛੋਭ ਹੀ ਰਹੇ, ਇਹਨਾਂ ਦੇ ਹਿਰਦੇ ਨੂੰ ਕੋਈ ਛੋਇਆ ਨਹੀਂ, ਕੋਈ ਵੀ ਇਹਨਾਂ ਦੇ ਹਿਰਦੇ ਤੇ ਭੈ ਜਾਂ ਉਹ ਸ਼ਬਦ ਦਾ ਅਸਰ ਨਹੀਂ ਹੋਇਆ। ਸਾਤ ਰਿਦਾ ਸਮਤਾ ਮੁਝ ਸਾਥ। ਸ਼ਾਂਤ ਹਿਰਦੇ ਵਾਲੇ ਹੈ, ਤੇ ਸਾਡੇ ਨਾਲ ਫਿਰ ਵੀ ਇਹਨਾਂ ਮੇਲ ਮਿਲਾਪ ਵਾਲੀ ਬਰਾਬਰੀ ਰੱਖੀ ਆ। ਫਿਰ ਵੀ ਅਸੀਂ ਕੌੜਾ ਬੋਲਦੇ ਆ, ਇਹ ਅੱਗੋਂ ਮਿੱਠਾ ਬੋਲਦੇ ਹਨ। ਗਾਏ ਸ਼ਬਦ ਸ੍ਰੀ ਅਰਜਨ ਨਾਥ। ਇਸ ਨਾਥ ਹਨ ਸਾਰੇ ਸੰਸਾਰ ਦੇ, ਅੱਗੋਂ ਸਾਨੂੰ ਸ਼ਬਦ ਗਾ ਗਾ ਕੇ ਸੁਣਾਉਂਦੇ ਹਨ ਸੱਚੇ ਪਾਤਸ਼ਾਹ। ਸ੍ਰੀ ਗੁਰ ਅਮਰ ਪਿਤਾ ਕੇ ਬੈਨ। ਤੇ ਫਿਰ ਵਿਚਾਰਿਆ ਵੀ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਹੋਏ ਸੀ, ਕੀਨ ਬੇਗਾਰ ਜੇ ਮਾਨੇ ਮੈਂ ਨਾ। ਜਿਹੜੇ ਮੈਂ ਮੰਨੇ ਨਹੀਂ ਸੀ। ਗੁਰੂ ਪਿਤਾ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਆਖਿਆ ਸੀ ਵੀ ਇਹਨਾਂ ਦੇ ਚਰਨੀ ਲੱਗੋ, ਗੁਰੂ ਰਾਮਦਾਸ ਮਹਾਰਾਜ ਦੇ, ਤੇ ਅਸੀਂ ਆਖਿਆ ਸੀ ਸਾਡੀ ਘਰ ਦੀ ਵਸਤੂ ਦੇ ਕੇ ਨਾਲੇ ਚਰਨੀ ਪਾਉਂਦੇ, ਅਸੀਂ ਨਹੀਂ ਝੁਕਣਾ। ਉਹ ਬਾਬਾ ਮੋਹਨ ਜੀ ਯਾਦ ਕਰਦੇ ਵੀ ਕਦੇ ਸਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਆਖੇ ਸੀ, ਉਹ ਅਸੀਂ ਮੰਨੇ ਨਹੀਂ ਸਨ। ਅਬ ਨਹਿ ਉਚਿਤ ਬਿਆਰਨ ਬਾਤੀ। ਵਿਗਾਰਨ, ਹੁਣ ਬੋਲ ਵਿਗਾੜ ਕਰਨਾ ਚੰਗਾ ਨਹੀਂ। ਪਹਿਲਾਂ ਇੱਕ ਵਾਰੀ ਅਸੀਂ ਸਮਾਂ ਗਵਾ ਲਿਆ। ਉਹ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਚਰਨੀ ਲੱਗਣ ਨੂੰ ਆਖਿਆ ਗੁਰੂ ਅਮਰਦਾਸ ਮਹਾਰਾਜ ਨੇ ਸਾਰਿਆਂ ਨੂੰ, ਬਾਬਾ ਮੋਹਨ ਜੀ ਨੂੰ ਵੀ ਆਖਿਆ, ਇਹ ਅੜ ਗਏ ਨਾ ਚਰਨੀ ਹੱਥ ਲਾਏ। 2-3 ਵਾਰ ਆਖਿਆ, ਨਾ ਮੰਨਿਆ। ਤੇ ਬਾਬਾ ਮੋਹਨ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੋਇਆ ਸੀ ਵੀ ਚੰਗਾ ਅਫਰਿਆ ਹੀ ਰਹੇਗਾ। ਇਹਨਾਂ ਨੂੰ ਅਫਰੇਵਾਂ ਚੜ੍ਹਦਾ ਸੀ, ਬੜੇ ਔਖੇ ਹੋਇਆ ਕਰਨ, ਪਰ ਗੁਰੂ ਅਮਰਦਾਸ ਜੀ ਸੱਚਖੰਡ ਵਿਰਾਜ ਚੁੱਕੇ ਸੀ। ਫਿਰ ਇਹਨਾਂ ਬੇਨਤੀ ਕੀਤੀ ਚੁਬਾਰਾ ਸਾਹਿਬ ਦੇ ਸਥਾਨ ਤੇ ਖੜ ਕੇ, ਤੇ ਚੁਬਾਰਾ ਸਾਹਿਬ 'ਚੋਂ ਆਵਾਜ਼ ਆਈ ਸੀ ਵੀ ਇਹ ਮੋਹਨ ਹੁਣ ਉਹ ਸਮਾਂ ਉਹੀ ਸੀਗਾ, ਪਰ ਹਾਂ ਕੋਈ ਸਮਾਂ ਆਵੇਗਾ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਹੁਣ ਤਾਂ ਤੁਸੀਂ ਨਹੀਂ ਪਏ ਸਾਡਾ ਬਚਨ ਮੰਨ ਕੇ, ਪਰ ਇਹਨਾਂ ਦੇ ਪੁੱਤਰ ਤੁਹਾਡੇ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਆਉਣਗੇ। ਕਦੇ ਹੋਰ ਕਿਸੇ ਨੂੰ ਪੋਥੀਆਂ ਨਹੀਂ ਦੇਣੀਆਂ ਤੁਸਾਂ ਨੇ। ਜਦੋਂ ਉਹ ਪੋਥੀਆਂ ਲੈਣ ਆਉਣਗੇ,
ਉਦੋਂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ, ਪਰਖ ਲੈਣਾ। ਤੇ ਜਦੋਂ ਮਿਹਰ ਭਰਿਆ ਹੱਥ ਰੱਖਣਗੇ ਤੁਹਾਡੇ ਸੀਸ ਤੇ ਉਦੋਂ ਤੁਹਾਡਾ ਅਫਰੇਵਾਂ ਦੂਰ ਹੋਵੇਗਾ। ਬਾਬਾ ਮੋਹਨ ਜੀ ਨੂੰ ਅਫਰੇਵਾਂ ਰਿਹਾ ਕਰਦਾ ਸੀ, ਕਿਉਂਕਿ ਮਹਾਰਾਜ ਦੇ ਬਚਨ ਸਨ। ਤੋ ਬਾਬਾ ਬੁੱਢਾ ਸਾਹਿਬ ਨੂੰ ਪੋਥੀਆਂ ਤਾਂ ਨਹੀਂ ਦਿੱਤੀਆਂ, ਭਾਈ ਗੁਰਦਾਸ ਨੂੰ ਵੀ ਜੇ ਉਹ ਪੋਥੀਆਂ ਲੈ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਉਣਾ ਨਹੀਂ, ਸਾਡਾ ਦਰਵਾਜ਼ਾ ਨਹੀਂ ਖਿਲਾਉਣਾ, ਸਾਡੀ ਸੁਰਤ ਜਿਹੜੀ ਆ ਦਸਮ ਦੁਆਰ ਚੋਂ ਲਾਉਣੀ ਨਹੀਂ, ਕਿਸੇ ਹੋਰ ਤੋਂ ਨਾ ਲੱਥਣੀ ਹੈ। ਇਹ ਵਿਚਾਰ ਕਰਕੇ ਬਾਬਾ ਮੋਹਨ ਜੀਆਂ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੋੜ ਦਿੱਤਾ ਸੀ, ਪੋਥੀਆਂ ਨਹੀਂ ਸੀ ਦਿੱਤੀਆਂ। ਉਹ ਬਚਨ ਯਾਦ ਕਰਦੇ ਆ ਵੀ ਪਹਿਲਾਂ ਤਾਂ ਅਸੀਂ ਇੱਕ ਵਾਰੀ ਮੌਕਾ ਗਵਾ ਲਿਆ ਸੀ, ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਨਹੀਂ ਸੀ ਲੱਗੇ, ਪਰ ਹੁਣ ਅਸੀਂ ਇਹ ਮੌਕਾ ਨਹੀਂ ਗਵਾਵਾਂਗੇ, ਹੁਣ ਨਹੀਂ ਅਸੀਂ ਝਗੜਾ ਕਰਾਂਗੇ। ਕਰੋ ਸੁਧਾਰਨ ਹੋਏ ਸੁਖ ਛਾਤੀ। ਜਿਹੜਾ ਪਹਿਲਾਂ ਸਾਥੋਂ ਕੰਮ ਵਿਗੜ ਗਿਆ ਹੈ ਉਹ ਅਸੀਂ ਸੁਧਾਰ ਲਵਾਂਗੇ, ਸਾਨੂੰ ਸਾਡੀ ਛਾਤੀ ਨੂੰ ਸੁੱਖ ਮਿਲ ਜਾਵੇਗਾ ਜਾਂ ਸੁੱਖ ਸ਼ਾਂਤੀ ਵਰਤੇਗੀ। ਜਗ ਮਹਿ ਨਿੰਦਾ ਪੂਰਬ ਲਈ। ਕਿਉਂਕਿ ਪਹਿਲਾਂ ਅਸੀਂ ਸੰਸਾਰ ਵਿੱਚ ਨਿੰਦਾ ਖੱਟ ਚੁੱਕੇ ਹਾਂ। ਸਾਰਿਆਂ ਨੇ ਆਖਿਆ ਮੋਹਰੀ ਪੁੱਤ ਸਨਮੁਖ ਹੋਆ, ਜਾਂ ਕੋਈ ਕਰ ਬਖੀਲੀ ਨਿਭੈ ਨਾਹੀ, ਫਿਰ ਸਤਿਗੁਰੂ ਆਣ ਨਿਭਾਇਆ। ਸਾਡੇ ਅੰਸ ਬੰਸ ਵਿੱਚੋਂ ਬਾਬਾ ਸੁੰਦਰ ਜੀਆਂ ਇਹ ਲਿਖਣਾ ਪਿਆ ਉਹਨਾਂ ਨੂੰ ਵੀ ਝਗੜਾ ਕੀਤਾ ਬਾਬਾ ਮੋਹਨ ਜੀਆਂ, ਕੋਈ ਕਰ ਬਖੀਲੀ ਨਿਭੈ ਨਾਹੀ, ਝਗੜਾ ਕਰਕੇ ਨਿਵੇ ਨਹੀਂ। ਸੰਸਾਰ ਨੇ ਆਖਿਆ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਇਹਨਾਂ ਬਚਨ ਨਾ ਮੰਨਿਆ ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਨਾ ਪਏ। ਅਸੀਂ ਪਹਿਲਾਂ ਬਹੁਤ ਸੰਸਾਰ ਦੀ ਨਿੰਦਾ ਖੱਟ ਚੁੱਕੇ ਹਾਂ। ਅਬ ਸੁਧਰੈ ਗੁਰਬਾਣੀ ਦਈ। ਅਸੀਂ ਗੁਰਬਾਣੀ ਦੀਆਂ ਪੋਥੀਆਂ ਦੇ ਕੇ ਤੇ ਪਹਿਲਾਂ ਕੀਤੀ ਹੋਈ ਗੁਸਤਾਖੀ ਭੁੱਲ ਨੂੰ ਬਖਸ਼ਾਵਾਂਗੇ। ਇਮ ਵਿਚਾਰ ਕਰ ਲੈ ਕਰ ਪੋਥੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਖਾਲਸਾ ਜੀ ਬਾਬਾ ਮੋਹਨ ਜੀਆਂ ਪੋਥੀਆਂ ਹੱਥ ਵਿੱਚ ਪਕੜ ਗੁਰਬਾਣੀ ਦੀਆਂ। ਮਤ ਤਜ ਦੀਨ ਪ੍ਰੇਮ ਤੇ ਥੋਥੀ। ਤੇ ਜਿਹੜੀ ਮਤ ਸੀ ਨਾ ਪ੍ਰੇਮ ਤੋਂ ਥੋਥੀ, ਭਾਵ ਰੁੱਖੀ ਮਤ ਸੀ ਜਿਹੜੀ, ਉਹ ਛੱਡ ਦਿੱਤੀ ਹੈ। ਨਿਜ ਚੁਬਾਰੇ ਬਾਹਰ ਆਇਓ। ਤੇ ਆਪਣੇ ਚੁਬਾਰੇ ਦੇ ਦਰਵਾਜ਼ੇ ਖੋਲ ਕੇ ਚੱਲ ਕੇ ਬਾਬਾ ਮੋਹਨ ਜੀ ਬਾਹਰ ਆਏ ਐ। ਸ੍ਰੀ ਅਰਜਨ ਕੋ ਤਬ ਦਰਸਾਇਓ। ਤੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ। ਚਤੁਰ ਗੁਰੂ ਕੀ ਜੋਤ ਕਿਰਪਾਲਾ। ਤੇ ਜਾਣਿਆ ਵੀ ਇਹ ਤਾਂ ਚਾਰ ਪਾਤਸ਼ਾਹੀਆਂ ਦੀ ਜੋਤ ਬੜੇ ਕਿਰਪਾਲੂ ਦਇਆਲੂ ਹਨ। ਇਨਮ ਜਹਾਰ ਸੋ ਬਸਹਾ ਵਿਸਾਲਾ। ਇਹਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਆਦ ਸਾਰੇ ਹੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਵਾਸਾ ਰੱਖਦੇ ਐ। ਦੇਖ ਸਰੂਪ ਸੋ ਹੋਏ ਪ੍ਰਸੰਨ। ਤੇ ਬੜਾ ਸਰੂਪ ਵੇਖ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਦਾ ਐਨ ਨੇਤਰ ਤੇ ਦਗ ਦਗ ਕਰਦਾ ਚਿਹਰਾ, ਚਿਹਰੇ ਦਾ ਪ੍ਰਤਾਪ ਵੇਖ ਕੇ ਬਾਬਾ ਮੋਹਨ ਜੀ ਬੜੇ ਖੁਸ਼ ਹੋਏ ਆ। ਕਹਿਓ ਕਿ ਸ੍ਰੀ ਅਰਜਨ ਤਮ ਧੰਨ। ਆਖਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਮਹਾਰਾਜ ਆਪ ਜੀ ਧੰਨ ਹੋ, ਧੰਨ ਹੋ। ਸਤਿਗੁਰ ਦੇਖਿਓ ਮੋਹਨ ਆਇਓ। ਇਧਰ ਸੱਚੇ ਪਾਤਸ਼ਾਹ ਜੀਆਂ ਵੇਖਿਆ ਵੀ ਹੁਣ ਬਾਬਾ ਮੋਹਨ ਜੀ ਸਾਡੇ ਪਾਸ ਚੱਲ ਕੇ ਆਏ ਆ। ਉਨ ਦੀਜੋ ਪਦ ਸ਼ਬਦ ਅਲਾਇਓ। ਫਿਰ ਤੀਸਰਾ ਪਦਾ ਉਚਾਰਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ। ਇਹ ਸ਼ਬਦ ਦੇ 3 ਪਦੇ, ਤੀਜਾ ਪਦਾ ਵੀ ਉਚਾਰਨ ਕੀਤਾ। ਮੋਹਨ ਤੁਧ ਸੰਤ ਸੰਗ ਸਤ ਸੰਗਤ ਧਿਆਵੈ ਦਰਸ ਧਿਆਨਾ, ਮੋਹਨ ਜਮ ਨੇੜ ਨ ਆਵੈ। ਇਹ ਜਿਹੜਾ ਵੈ ਪਾਵਨ ਪਵਿੱਤਰ ਸ਼ਬਦ ਦਾ ਫਿਰ ਤੀਸਰਾ ਪਦਾ ਉਚਾਰਿਆ। ਬਾਬਾ ਮੋਹਨ ਜੀਆਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਫੜ ਲਏ ਸਨ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਕਹਿਣ ਲੱਗੇ ਵੀ ਇਹ ਅਯੋਗ ਕਾਰਜ ਨਾ ਕਰੋ, ਵੀ ਤੁਸੀਂ ਇੱਕ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਹੋ, ਵੱਡੇ ਹੋ ਸਾਥੋਂ, ਤੇ ਸਾਨੂੰ ਤੁਹਾਡੇ ਚਰਨੀ ਲੱਗਣਾ ਚਾਹੀਦਾ। ਚਲੋ ਜੇ ਨਾ ਵੀ ਇਹ ਵੇਖੀਏ ਤੇ ਰਿਸ਼ਤਾ ਵੇਖੀਏ ਸੰਸਾਰੀ, ਤੇ ਤੁਸੀਂ ਸਾਡੇ ਮਾਮੇ ਲੱਗਦੇ ਹੋ। ਤੋ ਮਾਮਾ ਲੱਗਣ ਦੇ ਕਾਰਨ ਵੀ ਅਸੀਂ ਭਣੇਵੇਂ ਹਾਂ ਤੁਹਾਡੇ, ਤੁਸੀਂ ਵੱਡਿਆਂ ਦੀ ਥਾਂ, ਤੇ ਸਾਨੂੰ ਤਾਂ ਵੀ ਤੁਹਾਡੇ ਚਰਨੀ ਪੈਣਾ ਚਾਹੀਦਾ, ਵੀ 2 ਤਰੀਕਿਆਂ ਦੇ ਨਾਲ ਵੀ ਤੁਸੀਂ ਵੱਡੇ ਹੋ। ਇਸ ਤਰ੍ਹਾਂ ਸਾਧ ਸੰਗਤ ਫਿਰ ਜਿਹੜਾ ਫਰੇਵੇਂ ਦਾ ਰੋਗ ਸੀ, ਉਹ ਬਹਾਨੇ ਜਿਹਦੇ ਨਾਲ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਪੇਟ ਤੇ ਹੱਥ ਫੇਰ ਕੇ ਬਾਬਾ ਮੋਹਨ ਜੀ ਦਾ ਦੂਰ ਕਰ ਦਿੱਤਾ ਸੀ। ਤੋ ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਨੂੰ ਫਿਰ ਪੋਥੀਆਂ ਦਿੱਤੀਆਂ। ਬਾਬਾ ਮੋਹਨ ਜੀਆਂ ਬੜਾ ਸਤਿਕਾਰ ਪ੍ਰੇਮ ਕੀਤਾ। ਉਹ ਪੋਥੀਆਂ ਲੈ ਕਰਕੇ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਖਾਲਸਾ ਜੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ 'ਤੇ ਆਏ। ਉਦੋਂ ਬਾਅਦ ਫਿਰ ਪਾਵਨ ਪਵਿੱਤਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਣੇ ਆਰੰਭ ਹੋਏ। ਭਾਈ ਗੁਰਦਾਸ ਜੀ ਲਿਖਾਰੀ ਲਾਏ ਗਏ। ਇਹ ਜਿਵੇਂ ਕਥਾ ਆਵੇਗੀ ਅੱਗੇ ਆਪਾਂ ਨਿਤਾ ਪ੍ਰਤੀ ਸੁਣ ਪੜ੍ਹ ਵਿਚਾਰ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਦੇਖਿਓ ਮੋਹਨ ਆਇਓ।
ਪੁਨ ਤੀਜੋ ਪਦ ਸ਼ਬਦ ਅਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।